जिन जीते पंच विकार, तिन संतन को बंधना, सिर चरणन पग तार। सुन कमलानन तूसन ठानी, पित बुलाए नह बोलत बानी। पतत पावन भगत वशल ਕਰੁਣਾ ਨਿਧਾਨ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਾਜ਼ਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀ ਸਜ ਰਹੀ ਸਭਾ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨ ਆਪਾਂ ਸਾਰੇ ਸਰੀਰ ਭਾਗਸ਼ਾਲੀ ਹਾਂ ਜੋ ਗੁਰੂ ਦਰਬਾਰ ਅੰਦਰ ਸਜ ਬੈਠ ਕਰ ਸਤਿਗੁਰੂ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਵਾਰਤਾ ਵਿਚਾਰਨ ਦਾ ਇਹ ਜੋ ਮਹਾਨ ਉਦਮ ਸਤਿਗੁਰੂ ਜੀ ਨੇ ਬਖਸ਼ਿਆ ਹੈ। ਸੋ ਆਪਾਂ ਪਿਛਲੇ ਪ੍ਰਸੰਗ ਤਾਈਂ ਸਮਝਣਾ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 20 ਰੁਪਈਆਂ ਦਾ ਭੁੱਖੇ ਸਾਧੂਆਂ ਤਾਈਂ ਲੰਗਰ ਲਾ ਆਉਂਦੇ ਹੈ ਔਰ ਭਾਈ ਬਾਲਾ ਜੀ ਦੇ ਨਾਲ ਹੀ ਸਤਿਗੁਰ ਦੇ ਵਾਪਸ ਆਪਣੇ ਨਗਰ ਵੱਲ ਆ ਜਾਂਦੇ ਹੈ। ਭਾਈ ਬਾਲਾ ਜੀ ਆਪਣੇ ਘਰੇ ਚਲੇ ਜਾਂਦੇ ਆ, ਸਤਿਗੁਰ ਦੇ ਨਗਰ ਤੋਂ ਬਾਹਰ ਰੁਕਦੇ ਆ। ਬਾਬਾ ਕਲਿਆਣਦਾਸ ਜੀ ਦੇ ਇਸ ਗੱਲ ਦਾ ਪਤਾ ਲੱਗਦਾ, ਬਾਲਾ ਜੀ ਤਾਈਂ ਬੁਲਾ ਕੇ ਪੁੱਛਦੇ ਹੈ ਔਰ ਭਾਈ ਬਾਲਾ ਜੀ ਸਾਰੇ ਰਸਤੇ ਦੀ ਕਹਾਣੀ ਦੱਸਦੇ ਹੈ। ਇੱਧਰ ਸਤਿਗੁਰੂ ਦੇਵ ਜੀ ਦੇ ਪਿਤਾ ਜੀ ਬੜੇ ਕ੍ਰੋਧਿਤ ਹੋਏ ਹੈ ਅਤੇ ਛੇਤੀ ਦੇ ਨਾਲ ਭਾਈ ਬਾਲਾ ਜੀ ਨੂੰ ਲੈ ਕੇ ਇੱਧਰ ਨਗਰ ਤੋਂ ਬਾਹਰ ਜਿੱਥੇ ਸਤਿਗੁਰ ਦੇਵ ਇੱਕ ਸੁੱਕੇ ਤਲਾਬ ਦੇ ਕਿਨਾਰੇ ਬੈਠੇ ਉੱਧਰ ਨੂੰ ਆਉਂਦੇ ਹੈ। ਪਿੱਛੇ ਹੀ ਮਾਤਾ ਜੀ ਬੇਬੇ ਨਾਨਕੀ ਜੀ ਦੇ ਹੋਰ ਨੌਕਰ ਅਤੇ ਨੌਕਰਾਣੀਆਂ ਨੂੰ ਭੇਜਦੇ ਹੈ। ਸਤਿਗੁਰੂ ਦੇਵ ਜੀ ਦੇ ਪਿਤਾ ਬੜੇ ਕ੍ਰੋਧ ਸਹਿਤ ਆ ਕਰਕੇ ਸਤਿਗੁਰੂ ਜੀ ਦੇ ਬਾਹਾਂ ਤੋਂ ਪਕੜ ਕੇ ਸਾਰੀ ਗੱਲਬਾਤ ਪੁੱਛਣਾ ਚਾਹ ਰਹੇ ਆ, ਪਰ ਸਤਿਗੁਰੂ ਦੇਵ ਜੀ ਅੱਗੋਂ ਕੋਈ ਜਵਾਬ ਨਹੀਂ ਦੇ ਰਹੇ। ਇੱਥੋਂ ਤੱਕ ਆਪਾਂ ਇਹ ਪ੍ਰਸੰਗ ਵਾਚਿਆ ਸੀ। ਸੋ ਆਓ ਅੱਗੇ ਆ ਰਹੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਰੇ ਹੀ ਰਸਨਾ ਕਰੋ ਪਵਿੱਤਰ ਪ੍ਰੇਮ ਤੇ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਨ ਕਮਲਾਨਨ ਤੂਸਨ ਠਾਨੀ, ਪਿਤ ਬੁਲਾਏ ਨਹਿ ਬੋਲਤ ਬਾਨੀ। ਕਮਲ ਮੁਖੜੇ ਵਾਲੇ ਸਤਿਗੁਰੂ ਦੇਵ ਜੀ ਨੇ ਆਪਣੇ ਪਿਤਾ ਜੀ ਦੇ ਬੁਲਾਏ ਤੇ ਕੋਈ ਜਵਾਬ ਨਾ ਦਿੱਤਾ। ਜਾਂ ਤੇ ਅਧਿਕ ਕ੍ਰੋਧ ਕਰ ਕਾਲੂ, ਕਰੀ ਤਾੜਨਾ ਤਰਾਸ ਬਿਸਾਲੂ। ਤਰਾਸ ਦਾ ਪਾਉਂਦਾ ਵਧੇਰੇ। ਸਤਿਗੁਰੂ ਦੇਵ ਜੀ ਪਿਤਾ ਬਹੁਤ ਕ੍ਰੋਧਿਤ ਹੋਏ ਤੇ ਹੁਣ ਸਖਤ ਤਾੜਨਾ ਕਰਦੇ ਹੈ। ਦਹਨ ਹਾਥ ਤੇ ਬਾਮ ਕਪੋਲਾ, ਹਨੇ ਤਮਾਚੇ ਬਲ ਸੋ ਤੋਲਾ। ਸਤਿਗੁਰੂ ਦੇਵ ਜੀ ਦੇ ਪਿਤਾ ਹੁਣ ਸੱਜੇ ਹੱਥ ਨਾਲ ਸਤਿਗੁਰੂ ਜੀ ਦੀ ਖੱਬੀ ਗੱਲ੍ਹ ਉੱਤੇ ਬੜੇ ਜ਼ੋਰ ਦੇ ਨਾਲ ਹੁਣ ਚਪੇੜਾ ਮਾਰ ਦਿੰਦੇ ਹੈ। ਬਾਮ ਹਾਥ ਤੇ ਦਹਨ ਗੰਢ ਸਥਲ, ਹਨੇ ਚਪੇਟਨ ਰਿਸ ਕਰ ਨਿਜ ਬਲ। ਸਤਿਗੁਰੂ ਦੇਵ ਜੀ ਦੇ ਪਿਤਾ ਹੁਣ ਖੱਬੇ ਹੱਥ ਦੇ ਨਾਲ ਹੁਣ ਸੱਜੇ ਕੰਨ ਪੱਟੀ ਤੇ ਹੁਣ ਬੜੇ ਗੁੱਸੇ ਦੇ ਨਾਲ ਬੜੇ ਜ਼ੋਰ ਨਾਲ ਥੱਪੜ ਮਾਰਦੇ ਹੈ। ਸ਼੍ਰੀ ਨਾਨਕ ਕੇ ਨੈਣਨ ਨੀਰਾ, ਨਿਕਸ ਚਲਿਓ ਜਿਉ ਮਾਨੀ ਪੀਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨੇਤਰਾਂ ਦੇ ਵਿੱਚ ਹੁਣ ਜਿਹੜਾ ਵਾਗ ਪੈਂਦਾ ਨੀਰ ਹੈ ਤੇ ਮੰਨੋ ਜਿਹੜਾ ਸਤਿਗੁਰੂ ਦੇਵ ਜੀ ਦੇ ਅੱਖਾਂ 'ਚੋਂ ਜਿਹੜਾ ਹੁਣ ਨੀਰ ਵਗਿਆ ਹੈ, ਹੁਣ ਬਹੁਤ ਹੀ ਪੀੜਾ ਤੇ ਕਾਰਨ ਵਗਿਆ ਹੈ। ਮਨੋ ਮੀਨ ਦੋ ਪੀਕਰ ਪਾਣੀ, ਬਮਨਤ ਸੋ ਅਸ ਪਰ ਹੀ ਜਾਣੀ। ਇਉਂ ਗੱਲ ਜਾਣੀ ਦੀ ਹੈ ਜਿਵੇਂ ਕੋਈ ਦੋ ਮੱਛਾਂ ਨੇ ਪਾਣੀ ਪੀਤਾ ਹੋਵੇ ਤੇ ਉਹ ਉਲਟੇ ਹੋ ਕੇ ਉਹ ਹੁਣ ਪਾਣੀ ਨੂੰ ਬਾਹਰ ਕੱਢ ਰਹੇ ਹੋਣ। ਭਰੇ ਕਮਲ ਦਲ ਜਲ ਜਿਉ ਸੋਭਾ, ਬੁੰਦਣ ਪਰ ਮੁਕਤਾ ਛਬ ਲੋਭਾ। ਸਤਿਗੁਰੂ ਦੇਵ ਜੀ ਦੀਆਂ ਗੱਲਾਂ ਉੱਪਰ ਹੁਣ ਇਹ ਜਿਹੜੇ ਅੱਥਰੂ ਦੀਆਂ ਬੂੰਦਾਂ ਇਉਂ ਹੁਣ ਲੱਗ ਰਹੀਆਂ ਸੀ ਜਿਵੇਂ ਕਮਲ ਦੇ ਪੱਤਿਆਂ ਦੇ ਉੱਪਰ ਭੌਰੇ ਹੁਣ ਖਲੋਤੇ ਪਾਣੀ। ਹੁਣ ਜਿਹੜਾ ਪਾਣੀ ਸੋਹਣਾ ਲੱਗਦਾ ਹੋਵੇ, ਭਾਵ ਹੁਣ ਜਿਹੜੀਆਂ ਬੂੰਦਾਂ ਸਨ ਨਾ ਉਹ ਅੱਖਾਂ ਉੱਤੇ ਸ਼ੋਭ ਰਹੀਆਂ ਸਨ, ਜਿਵੇਂ ਕਮਲ ਫੁੱਲ ਦੇ ਉੱਤੇ ਪਾਣੀ ਦੀਆਂ ਬੂੰਦਾਂ ਪਈਆਂ ਹੁੰਦੀਆਂ ਨਾ ਪ੍ਰਭਾਤ ਵੇਲੇ ਤੇ ਉਹ ਮੋਤੀਆਂ ਦੀ ਨਿਆਈ ਚਮਕਦੀਆਂ ਹੈ, ਇਉਂ ਹੁਣ ਭਾਸ ਰਹੀ ਗੱਲ ਸੀ। ਸੋਹਤ ਪਰ ਗਏ ਨੀਲ ਕਪੋਲਾ, ਜਿਉ ਉਸ ਪਲ ਪਰ ਅਲਨ ਅਡੋਲਾ। ਤੇ ਸਤਿਗੁਰੂ ਦੇਵ ਜੀਆਂ ਦੇ ਗੱਲਾਂ ਉੱਪਰ ਇਤਨੇ ਜ਼ੋਰ ਦੀ ਸਤਿਗੁਰੂ ਦੇਵ ਜੀ ਦੇ ਪਿਤਾ ਨੇ ਚਪੇੜਾਂ ਮਾਰੀਆਂ ਜੀ ਵੀ ਉਹ ਗੱਲਾਂ ਉੱਪਰ ਨਿਸ਼ਾਨ ਨੀਲੇ ਪੈ ਗਏ। ਇਉਂ ਲੱਗਦੇ ਆ ਹੁਣ ਜਿਵੇਂ ਚਿੱਟੇ ਕਮਲਾਂ ਉੱਤੇ ਭੌਰੇ ਕਾਲੇ ਟਿਕੇ ਬੈਠੇ ਹੋਣ।
किंदो हो तो अकलंक मयंक मृग छाला ते भयो सुअंका। ਇਉਂ ਜਾਪਦਾ ਜਿਵੇਂ ਹੁਣ ਕਲੰਕ ਰਹਿਤ ਚੰਦਰਮਾ ਉੱਤੇ ਮਿਰਗ ਦੀ ਛਾਇਆ ਦਾ ਜਿਹੜਾ ਨਿਸ਼ਾਨ ਪੈ ਗਿਆ ਹੋਵੇ। ਪਹੁੰਚੇ ਨਿਕਟ ਨਾਨਕੀ ਤੂਰਨ ਪਿਤ ਕਰ ਗਇਓ ਜੋਰ ਸਮੈ ਪੂਰਨ। ਹੁਣ ਸਤਿਗੁਰੂ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਹੁਣ ਛੇਤੀ ਨਾਲ ਪਹੁੰਚਦੇ ਐ। ਹੁਣ ਆ ਕੇ ਆਪਣੇ ਪਿਤਾ ਜੀ ਦਾ ਹੱਥ ਪਕੜ ਲੈਂਦੇ ਹੈ। ਬਾਹਰ ਬਿਲੋਕਨ ਲੋਕ ਜੇ ਆਏ ਬੁਰਜਿਓ ਬਹੁਤ ਭਾਂਤ ਸਮਝਾਏ। ਹੋਰ ਵੀ ਨਗਰ ਦੇ ਜਿਹੜੀ ਲੋਕੀ ਹੁਣ ਵੇਖਣ ਵਾਸਤੇ ਆਏ ਸੀ ਵੀ ਕਲਿਆਣ ਦਾਸ ਜੀ ਨੂੰ ਕੀ ਹੋਗਾ, ਬੜੇ ਕਾਹਲੇ ਕਦਮੀ ਜਾ ਰਹੇ ਐ। ਉਹਨਾਂ ਨੇ ਵੀ ਸਮਝਾਉਣਾ ਕੀਤਾ, ਵਰਜਨਾ ਕੀਤਾ। ਸੁਖ ਸਾਗਰ ਕੋਲੇ ਨਿਜ ਸੰਗਾ ਨਰ ਪਹੁੰਚਤ ਮੁਖ ਪ੍ਰੇਮ ਉਮੰਗਾ। ਅਤੇ ਸੁੱਖਾਂ ਦੇ ਸਾਗਰ ਗੁਰੂ ਜੀ ਨੂੰ ਆਪਣੇ ਕੋਲ ਕਰਕੇ ਨਾ ਬੜੀ ਨੀਝ ਨਾਲ ਹੁਣ ਜਿਹੜੇ ਪਦਾਨੇ ਪਤਵੰਤੇ ਸੀ ਭੈਣ ਨਾਨਕੀ ਸਮੇਤ ਉਹ ਸਤਿਗੁਰ ਦੇਵ ਜੀ ਨੂੰ ਦਾ ਹੁਣ ਮੁਖ ਪੂੰਝਣ ਲੱਗੇ ਹੈ। ਮ੍ਰਿਦੁਲ ਗਿਰਾ ਕਹਿ ਦੇਦ ਦਿਲਾਸਾ ਮੰਦ ਮੰਦ ਗਮਨੇ ਪੁਰ ਆਸਾ। ਅਤੇ ਗੁਰੂ ਜੀ ਨੂੰ ਹੁਣ ਮਿੱਠੀਆਂ ਮਿੱਠੀਆਂ ਪਿਆਰ ਭਰੀਆਂ ਹੁਣ ਗੱਲਾਂ ਦੇ ਕਹਿ ਕੇ ਹੁਣ ਦਿਲਾਸਾ ਦੇਣ ਲੱਗੇ ਹੈ ਤੇ ਹੌਲੀ ਹੌਲੀ ਨਗਰ ਨੂੰ ਤੁਰੇ ਹੈ। ਮਾਤ ਬਿਲੋਕਤ ਲੋਚਨ ਲਾਈ ਪੂਰਨ ਪ੍ਰੇਮ ਵਹਿਰ ਪੁਰ ਆਈ। ਇੱਧਰ ਹੁਣ ਪਿੱਛੇ ਸਤਿਗੁਰੂ ਦੇਵ ਜੀ ਦੇ ਮਾਤਾ ਜੀ ਵੀ ਘਰ ਤੋਂ ਨਗਰ ਦੇ ਬਾਹਰ ਵੱਲ ਨੂੰ ਆ ਰਹੇ ਹੈ, ਜਿਨ੍ਹਾਂ ਦਾ ਬਹੁਤ ਪ੍ਰੇਮ ਆਪਣੇ ਪੁੱਤਰ ਸਤਿਗੁਰੂ ਜੀ ਨਾਲ ਹੈ ਤੇ ਉਹ ਵੀ ਨੀਝ ਲਾ ਕੇ ਰਾਹ ਵਿੱਚ ਆ ਰਹੇ ਹੈ ਤੇ ਤੱਕ ਰਹੇ ਆਪਣੇ ਪੁੱਤਰ ਵੱਲ ਹੈ। ਸਜਲ ਬਿਲੋਚਲ ਸੁਤ ਹੈ ਬਿਲੋਗੀ ਭਾਈ ਪ੍ਰੇਮ ਕੀ ਉਮਗ ਅਰੋਗੀ। ਜਿਉਂ ਹੀ ਸਤਿਗੁਰੂ ਦੇਵ ਜੀ ਆਪਣੀ ਮਾਤਾ ਤ੍ਰਿਪਤਾ ਜੀ ਦੇ ਸਾਹਮਣੇ ਹੋਏ ਹੈ, ਵੇਖਿਆ ਅੱਖਾਂ ਸੇਜਲ ਨੇ ਤੇ ਸਮਝਿਆ ਹੈ ਵੀ ਜ਼ਰੂਰ ਕੋਈ ਗੜਬੜ ਹੋ ਗਈ ਹੈ ਤੇ ਮਾਤਾ ਜੀ ਦਾ ਵੀ ਹੁਣ ਅੱਖਾਂ ਜਿਹੜੀਆਂ ਉਹਨਾਂ ਵਿੱਚ ਪ੍ਰੇਮ ਦਾ ਜਿਹੜਾ ਹੁਣ ਉਛਾਲਾ ਆਇਆ ਹੈ। ਕੰਠ ਲਗਾਏ ਨੈਣ ਭਰ ਆਏ ਅਸਰ ਸੰਗ ਸਤ ਸੰਗ ਪਿਗਾਏ। ਤੇ ਸਤਿਗੁਰੂ ਦੇਵ ਜੀ ਨੂੰ ਆਪਣੀ ਛਾਤੀ ਨਾਲ ਲਾਉਂਦੇ ਆ ਮਾਤਾ ਤ੍ਰਿਪਤਾ ਜੀ ਔਰ ਪ੍ਰੇਮ ਕਰਕੇ ਹੁਣ ਅੱਖਾਂ 'ਚੋਂ ਅੱਥਰੂ ਵੀ ਵਗਾਉਂਦੇ ਹੈ। ਆਨ ਸਦਨ ਮਹਿ ਬਦਨ ਨਿਹਾਰੀ ਪਹੁੰਚਤ ਚਾਰ ਬਿਲੋਚਨ ਬਾਰੀ। ਹੁਣ ਮਾਤਾ ਜੀ ਘਰੇ ਆ ਕੇ ਸਤਿਗੁਰੂ ਦੇਵ ਜੀ ਦੇ ਮੁਖਾਰ ਬਿੰਦ ਨੂੰ ਦੇਖਦੇ ਆ ਔਰ ਸੁੰਦਰ ਅੱਖੀਆਂ ਨੂੰ ਵਾਰ-ਵਾਰ ਪੂਛਦੇ ਹੈ। ਸੁਤ ਨ ਕਰੋ ਕਾਰਜ ਅਬ ਕੋ ਵਿਚਰੋ ਪੁਰ ਮਹਿ ਸੁਵੇਛਾ ਹੋ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਪੁੱਤਰ ਨੂੰ ਤੁਸੀਂ ਕੋਈ ਕੰਮ ਨਾ ਕਰੋ, ਹੁਣ ਜਿਵੇਂ ਤੁਹਾਡੀ ਖੁਸ਼ੀ ਹੈ ਜਿਵੇਂ ਤੁਹਾਡੀ ਇੱਛਾ ਹੈ ਉਵੇਂ ਤੁਸੀਂ ਨਗਰ ਵਿੱਚ ਫਿਰਨਾ ਕਰੋ। ਜੇ ਨ ਕਰੋ ਗੋ ਵਿਵਹਾਰਾ ਨਹਿ ਬਿਗੜੈ ਕਛ ਹੋਇ ਨਰਾਰਾ। ਐਂ ਲੱਗੇ ਪੁੱਤਰ ਹੁਣ ਜੇਕਰ ਤੁਸੀਂ ਕੋਈ ਕਾਰ ਵਿਹਾਰ ਨਹੀਂ ਕਰੋਗੇ ਤਾਂ ਕੋਈ ਵੱਡਾ ਇੱਥੇ ਕਾਰਜ ਨਹੀਂ ਵਿਗੜਨ ਵਾਲਾ ਤੇ ਕੋਈ ਨੁਕਸਾਨ ਨਹੀਂ ਹੋਣਾ ਤੇ ਨਾਲੇ ਆ ਜਿਹੜਾ ਕਲੇਸ਼ ਹੁੰਦਾ ਇਹ ਨਹੀਂ ਹੋਵੇਗਾ। ਸਦਨ ਦੀਨ ਸੁਖ ਸਰਬ ਵਿਦਾਤਾ ਬੈਠੇ ਸਦਾ ਰਹੋ ਰੰਗ ਰਾਤਾ। ਐਂ ਲੱਗੇ ਪੁੱਤਰ ਤੁਸੀਂ ਸਦਾ ਆਪਦੇ ਰੰਗ ਵਿੱਚ ਰੰਗੇ ਰਿਹਾ ਕਰੋ, ਬੈਠੇ ਰਿਹਾ ਕਰੋ। ਘਰ ਵਿੱਚ ਪਰਮੇਸ਼ਰ ਨੇ ਸਭ ਕੁਝ ਸੁੱਖ ਸਹੂਲਤਾਂ ਆਪਾਂ ਨੂੰ ਪ੍ਰਦਾਨ ਕੀਤੀ ਹੈ। ਕੇਤਕ ਮਾਨਵ ਦੇਖਣ ਹਾਰੇ ਜਸ ਪਦ ਗਏ ਰਾਏ ਕੇ ਦੁਆਰੇ। ਉਹ ਕਿਤਨੇ ਹੀ ਲੋਕ ਜਿਹੜੇ ਮਾਰ ਪੈਣ ਸਮੇਂ ਹੁਣ ਰਾਏ ਬੁਲਾਰ ਮਾਰ ਪੈਂਦੀ ਵੇਖੀ ਜਿਨ੍ਹਾਂ ਉਹ ਰਾਏ ਬੁਲਾਰ ਦੇ ਘਰ ਗਏ। ਜਹ ਬੈਸੋ ਨਿਜ ਸਭਾ ਲਗਾਈ ਤਾਂ ਜਾਏ ਸਭ ਬਾਤ ਸੁਨਾਈ। ਤੇ ਹੁਣ ਅੱਗੇ ਜਿਹੜੇ ਹੁਣ ਰਾਏ ਜੀ ਬੁਲਾਰ ਜੀ ਨਗਰ ਦੇ ਚੌਧਰੀ ਨੇ ਉਹ ਸਭਾ ਲਗਾ ਕੇ ਬੈਠੇ ਐ ਤੇ ਇੱਧਰ ਜਿਨ੍ਹਾਂ ਨੇ ਹੁਣ ਅੱਜ ਇਹ ਸਾਰਾ ਘਟਨਾਕ੍ਰਮ ਦੇਖਿਆ ਉਹ ਸਭਾ ਦੇ ਵਿੱਚ ਬੈਠੇ ਰਾਏ ਬੁਲਾਰ ਨੂੰ ਗੱਲ ਦੱਸਦੇ ਹੈ। ਦੇਸ ਰਜਤ ਪਣ ਕਾਲੂ ਨੰਦਨ ਦੀਨੇ ਸੰਤਨ ਕੋ ਕਰ ਬੰਦਨ। ਹੁਣ ਉਹਨਾਂ ਦੱਸਣ ਵਾਲਿਆਂ ਨੇ ਸਾਰੀ ਗੱਲ ਦੱਸੀ ਵੀ ਤੁਹਾਡਾ ਜਿਹੜਾ ਪਟਵਾਰੀ ਹੈ ਨਾ ਕਲਿਆਣ ਦਾਸ ਚੌਧਰੀ ਸਾਹਿਬ ਉਹਨੇ ਆਪਣੇ ਪੁੱਤ ਨੂੰ ਕੋਈ 20 ਰੁਪਏ ਦਿੱਤੇ ਸੀ ਕੋਈ ਸੌਦਾ ਵਣਜ ਵਿਹਾਰ ਕਰਨ ਵਾਸਤੇ ਤੇ ਉਸ ਨੇ ਉਹ ਜਾ ਕੇ 20 ਰੁਪਏ ਕੋਈ ਹੁਣ ਸਾਧੂ ਮਹਾਤਮਾ ਲੋਕਾਂ ਦੇ ਤਾਂ ਹੀ ਭੋਜਨ ਛਕਾ ਦਿੱਤਾ। ਦਇਆ ਯੁਕਤ ਜਹ ਮ੍ਰਿਦੁਲ ਸੁਭਾਉ ਨਗਨ ਚੌਦਾਤਰ ਪਿਖ ਨ ਸਕਾਉ। ਅਤੇ ਤੁਹਾਨੂੰ ਪਤਾ ਵੀ ਕਲਿਆਣ ਦਾਸ ਜੀ ਦੇ ਪੁੱਤਰ ਸ਼੍ਰੀ ਨਾਨਕ ਜੀ ਦਾ ਜਿਹੜਾ ਸੁਭਾਅ ਦਿਆਲੂ ਹੈ, ਕਿਰਪਾਲੂ ਹੈ ਤੇ ਭੁੱਖੇ ਜਾਣ ਕੇ ਉਹਨਾਂ ਨੇ ਭੋਜਨ ਪਾਣੀ ਛਕਾ ਦਿੱਤਾ।
ਪਰ ਇਹਦਾ ਤੁਹਾਨੂੰ ਪਤਾ ਵੀ ਕਲਿਆਣਦਾਸ ਜੀ ਦਾ ਸੁਭਾਅ ਕਿੰਨਾ ਕਠੋਰ ਸਖਤ ਕਰੜਾ ਹੈ। ਕਾਲੂ ਹਨੇ ਚਪੇਟਣ ਜੋਰਾ ਵਾਹਿਗੁਰੂ। ਅਤ ਤਰਾਸਤ ਜੈ ਤਰਸ ਨ ਥੋਰਾ। ਆਦੇ ਪਰ ਕਲਿਆਣਦਾਸ ਜੀ ਨੇ ਅੱਜ ਆਪਣੇ ਪੁੱਤਰ ਨੂੰ ਫਿਰ ਉਹਦੇ ਬਦਲੇ ਬਹੁਤ ਜ਼ਿਆਦਾ ਸਖਤ ਸਜ਼ਾ ਹੁਣ ਦੇਣਾ ਕੀਤੀ। ਬੜੇ ਜ਼ੋਰ ਜ਼ੋਰ ਦੇ ਤਮਾਚੇ ਚਪੇੜਾਂ ਆਪਣੇ ਪੁੱਤਰ ਦੇ ਸੋਹਣੇ ਮੁਖ ਤੇ ਹੁਣ ਲਾਉਣੀਆਂ ਕੀਤੀਆਂ ਤੇ ਉਹਨੇ ਰਤਾ ਜਿੰਨਾ ਵੀ ਆਪਣੇ ਪੁੱਤਰ ਤੇ ਤਰਸ ਨਹੀਂ ਕੀਤਾ। ਸੁਨਤ ਕਾਨ ਏਵ ਰਾਏ ਬੁਲਾਰਾ ਸ਼੍ਰੀ ਨਾਨਕ ਜੈ ਕੋ ਬਹੁ ਪਿਆਰਾ। ਰਾਏ ਬੁਲਾਰ ਜੀ ਨੂੰ ਸਾਰੀ ਗੱਲ ਆਪਣੇ ਕੰਨੀ ਸੁਣੀ ਹੈ, ਜਿਨ੍ਹਾਂ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਸਤਸੰਗੀ ਜੀ ਨੂੰ ਬੜਾ ਗੂੜਾ ਪਿਆਰ ਪ੍ਰੇਮ ਹੈ। ਪ੍ਰੀਤ ਸੰਗ ਹਿਰਦਾ ਭਰਪੂਰਨ ਦਾਸ ਬੁਲਾਏ ਪਠਾਇਓ ਤੂਰਨ। ਬਹੁਤ ਪ੍ਰੇਮ ਦੇ ਨਾਲ ਹਿਰਦਾ ਉਛਲਿਆ ਰਾਏ ਬੁਲਾਰ ਜੀ ਦਾ। ਉਹਨਾਂ ਨੇ ਉਸੇ ਵੇਲੇ ਇੱਕ ਨੌਕਰ ਨੂੰ ਹੁਣ ਉਧਰ ਨੂੰ ਹੁਣ ਭੇਜਿਆ ਹੈ। ਕਮਲ ਨੈਣ ਆਨੋ ਮੁਝ ਐਨਾ ਕਾਲੂ ਸਹਿਤ ਜਿਸੇ ਹਰ ਭੈਨਾ। ਅਤੇ ਉਹਨੇ ਨੌਕਰ ਨੂੰ ਕਿਹਾ ਵੀ ਜਾਓ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੇ ਉਹਨਾਂ ਦੇ ਪਿਤਾ ਜੀ ਨੂੰ ਸਾਡੇ ਤਾਈਂ ਲੈ ਕੇ ਆਉਣਾ ਕਰੋ, ਤੇ ਜਿਸ ਕਾਲ ਨੂੰ ਰਤਾ ਜਿਨਾ ਰੱਬ ਦਾ ਡਰ ਨਹੀਂ। ਅਸ ਕਹਿ ਕ੍ਰੋਧ ਅਧਿਕ ਮਨ ਛਾਵਾ ਫਰਕਤ ਅਗਰ ਹਿਰਦੈ ਦੁਖ ਪਾਵਾ। ਤੇ ਰਾਏ ਬੁਲਾਰ ਜੀ ਨੇ ਜਦੋਂ ਇਹ ਗੱਲ ਕਹੀ ਨਾ ਆਪਣੇ ਨੌਕਰ ਨੂੰ ਵੀ ਜਾਓ ਕਲਿਆਣਦਾਸ ਜੀ ਤੇ ਉਹਨਾਂ ਦੇ ਪੁੱਤਰ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਲਾਉਣਾ ਕਰੋ, ਬਹੁਤ ਗੁੱਸੇ ਵਿੱਚ ਨੇ। ਤੇ ਉਹਨਾਂ ਦੇ ਵੀ ਹੁਣ ਗੁੱਸੇ ਵਿੱਚ ਕਰਕੇ ਬੁੱਲ ਫੜਕ ਰਹੇ ਸੀ, ਬਹੁਤ ਅੰਦਰੋਂ ਦੁਖੀ ਸੀ। ਸੀਤਲ ਸੁਆਸ ਲੇਤ ਬਹੁ ਬਾਰੀ ਮਮ ਪੁਰ ਹੋਤ ਅਵਗਿਆ ਪਾਰੀ। ਹਾਂ, ਘੜੀ ਮੁੜੀ ਹੁਣ ਠੰਡੇ ਸਾਹ ਲੈਣ ਲੱਗਾ ਤੇ ਸੋਚਣ ਲੱਗਾ ਕਿ ਮੇਰੇ ਨਗਰ ਵਿੱਚ ਅੱਜ ਬਹੁਤ ਵੱਡੀ ਅਵਗਿਆ ਹੋਈ ਹੈ, ਭਾਰੀ ਸ਼੍ਰੀ ਨਾਨਕ ਜੀ ਦਾ ਅਨਾਦਰ ਹੋਇਆ ਹੈ। ਕਲਾਵਾਨ ਕਲਹੀਨ ਕਿਰਪਾਲਾ ਹਵੈ ਤਾਂ ਕੋ ਤ੍ਰਿਸਕਾਰ ਵਿਸਾਲਾ। ਨਾ ਕਹਿੰਦੇ ਸ਼੍ਰੀ ਨਾਨਕ ਜੀ ਜਿਹੜੇ ਹੁਣ ਆਪਣੇ ਬੰਦਗੋਂ ਸ਼ਕਤੀਵਾਨ ਹੈ, ਜਿਨ੍ਹਾਂ ਦਾ ਅੱਜ ਇੱਥੇ ਜਿਹੜੇ ਕਲਹੀਨ ਦਾ ਭਾਵ ਜਿਹੜਾ ਕਲਪਨਾ ਰਹਿਤ ਹੈ ਅਤੇ ਬੜੇ ਕਿਰਪਾਲੂ ਹੈ, ਉਹਨਾਂ ਦਾ ਅੱਜ ਬਹੁਤ ਵੱਡਾ ਹੁਣ ਇੱਥੇ ਅਪਮਾਨ ਤਿਰਸਕਾਰ ਦਾ ਬੰਦਾ ਅਪਮਾਨ, ਬਹੁਤਾ ਅਪਮਾਨ ਭਾਰੀ ਹੋਇਆ ਹੈ। ਲਾਗੈ ਮੁਝ ਸਰੀਰ ਸਭ ਦੋਸੂ ਅਸ ਬਸੂਰ ਔਰ ਸਰ ਸਰ ਰੋਸੂ। ਹਾਂ, ਬਹੁਤ ਗੁੱਸਾ ਹੈ, ਕਹਿਣ ਲੱਗਿਆ ਹੁਣ ਝੁਰ ਰਿਹਾ, ਕਹਿੰਦਾ ਵੀ ਇਹ ਸਾਰੀ ਗੱਲ ਦਾ ਦੋਸ਼ ਮੇਰੇ ਤੇ ਲੱਗੇਗਾ। ਕਿਉਂਕਿ ਮੈਂ ਇਸ ਨਗਰ ਦਾ ਚੌਧਰੀ ਜੋ ਹਾਂ। ਸੁਖ ਸਾਗਰ ਕੋਲੇ ਕਰ ਦਾਸਾ ਪਹੁੰਚਿਓ ਤਬ ਬੁਲਾਰ ਕੇ ਪਾਸਾ। ਹੁਣ ਨੌਕਰ ਇਤਨੇ ਸਮੇਂ ਤੱਕ ਵਾਪਸ ਜਾਂਦਾ, ਕਿਉਂਕਿ ਕਾਲੇ ਕਦਮੀ ਗਿਆ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਸੁੱਖਾਂ ਦੇ ਸਾਗਰ ਆ ਉਹਨਾਂ ਨੂੰ ਲੈ ਕੇ ਤੇ ਰਾਏ ਬੁਲਾਰ ਦੇ ਘਰ ਉਸੇ ਪਹੁੰਚੇ ਜਿੱਥੇ ਸਭਾ ਵਿੱਚ ਸਜੀ ਹੋਈ ਹੈ। ਪ੍ਰੇਮ ਰੂਪ ਪੂਰਨ ਔਰ ਤਾਰਾ ਲੋਚਨ ਦਰ ਜਨ ਛੁਟਿਓ ਫੁਆਰਾ। ਹਾਂ, ਗੁਰੂ ਜੀ ਦਾ ਹੁਣ ਹਿਰਦੇ ਦਾ ਜਿਹੜਾ ਹੁਣ ਹਿਰਦੇ ਰੂਪੀ ਪ੍ਰੇਮ ਹੈ ਜਿਹੜਾ ਉਹ ਜਲਦੀ ਨਹੀਂ ਭਰਪੂਰ ਸੀ, ਤੇ ਮਾਨੋ ਅੱਖੀਆਂ ਰਾਹੀਂ ਉਹ ਪ੍ਰੇਮ ਦਾ ਫੁਹਾਰਾ ਫੁੱਟ ਪਿਆ। ਪਾਪ ਸਤਿਗੁਰ ਦੇਵ ਜੀ ਫੇਰ ਹੁਣ ਆਪਣੇ ਨੇਤਰਾਂ ਦੇ ਵਿੱਚੋਂ ਹੁਣ ਵਿਰਹਾ ਦਾ ਜਿਹੜਾ ਜਲ ਵਗਾਉਂਦੇ ਹੈ। ਭਏ ਜਲਜ ਤੇ ਜਲਦ ਸਜਲ ਸੋ ਨਿਜ ਧਾਰਾ ਗੇਰਤ ਤਲ ਥਲ ਸੋ। ਹਾਂ, ਮਾਨੋ ਗੁਰੂ ਜੀ ਦੇ ਜਿਹੜੇ ਹੁਣ ਜਲ ਭਰੇ ਹੁਣ ਕਾਲੇ ਨੇਤਰ ਨੇ ਤੇ ਹੁਣ ਜਲਦ ਕਹਿੰਦੇ ਨੇ ਬੱਦਲ, ਹੁਣ ਬੱਦਲ ਬਣ ਗਏ ਹੈ। ਤੇ ਹੁਣ ਸਤਿਗੁਰ ਦੇਵ ਜੀ ਆਪਣੀਆਂ ਉਹ ਜਿਹੜੇ ਨੇਤਰਾਂ ਦੇ ਰਾਹੀਂ ਜਿਹੜੇ ਬੱਦਲ ਆ ਹੁਣ ਨਿਜ ਧਾਰਾ, ਹੁਣ ਅੱਖਾਂ ਦੇ ਵਿੱਚੋਂ ਪਾਣੀ ਤਿਪਕਦਾ ਤੇ ਗੇਰਤ ਤਲ ਥਲ ਸੋ, ਹੁਣ ਉਹ ਧਰਤੀ ਦੇ ਹੇਠਾਂ ਡਿੱਗ ਰਹੀਆਂ ਬੂੰਦਾਂ। ਹੁਣ ਸਤਿਗੁਰ ਦੇਵ ਜੀ ਦੇ ਨੇਤਰਾਂ ਦੇ ਵਿੱਚੋਂ ਵਗਣ ਵਾਲਾ ਜਿਹੜਾ ਜਲ ਆ ਮਾਨੋ ਉਹ ਬੱਦਲ ਵਰਸਣ ਦੀ ਨਿਆਈ ਹੈ। ਤੋਰਨ ਤਜ ਕਰ ਉਠਿਓ ਪ੍ਰੰਕਾ ਕਰ ਸਤਕਾਰ ਲੀਨ ਪਰ ਅੰਕ। ਤੇ ਛੇਤੀ ਦੇ ਨਾਲ ਨਾ ਆਪਣਾ ਆਸਣ ਛੱਡ ਕੇ ਨਾ ਰਾਏ ਬੁਲਾਰ ਪਲੰਘ ਤੋਂ ਉੱਠਿਆ ਤੇ ਗੁਰੂ ਜੀ ਨੂੰ ਸਤਿਕਾਰ ਸਹਿਤ ਘੁੱਟ ਕੇ ਗਲ ਬੱਕੜੀ ਵਿੱਚ ਲੈ ਲਿਆ ਹੈ। ਗਦ ਗਦ ਗਿਰਾ ਅਸਰ ਬਹਿ ਬਾਰੀ ਅੰਗ ਪਿਗੋਏ ਕਰੁਣਾ ਤਾਰੀ। ਤੇ ਹੁਣ ਰਾਏ ਬੁਲਾਰ ਜੀ ਬਹੁਤ ਭਾਵ ਪੂਰਤ ਜਿਹੜੇ ਬਚਨ ਹੈ ਉਹ ਸਤਿਗੁਰ ਦੇਵ ਜੀ ਨੂੰ ਪ੍ਰੇਮ ਨਾਲ ਕਹਿ ਰਹੇ ਤੇ ਅੰਗ ਭਿਗੋਏ, ਹੁਣ ਜਿਹੜੇ ਅੱਖੀਆਂ ਨੇ ਉਹਨਾਂ ਕਰਕੇ ਉਹਨਾਂ ਦੇ ਵਿੱਚੋਂ ਹੁਣ ਵਗ ਰਿਹਾ ਹੁਣ ਆਪ ਮੁਹਾਰੇ ਪਾਣੀ ਹੈ। ਤੇ ਸਤਿਗੁਰ ਦੇਵ ਜੀ ਦੇ ਜਿਹੜੇ ਹੁਣ ਅੰਗ ਹੈ ਨਾ ਉਹ ਪਾਣੀ ਹੁਣ ਅੰਗਾਂ 'ਤੇ ਲੱਗਣ ਕਰਕੇ ਨੇਤਰਾਂ ਜਿਹੜਾ ਪਾਣੀ ਵਗ ਰਿਹਾ ਉਹ ਗਿੱਲੇ ਹੋ ਗਏ ਹੈ। ਭਾਵ ਸਤਿਗੁਰ ਦੇਵ ਜੀ ਦਾ ਜਿਹੜਾ ਮੁਖਾਰ ਪੈਂਦਾ ਨਾ
ਉਹ ਹੁਣ ਨੇਤਰਾਂ ਦੇ ਵਿੱਚੋਂ ਵਗ ਰਹੇ ਪਾਣੀ ਕਰਕੇ ਹੁਣ ਗਿੱਲਾ ਹੋ ਗਿਆ ਹੈ। ਬੋਲਨ ਚਹਿਤ ਨ ਆਵਤ ਬਾਣੀ, ਮਹਾ ਮੋਹ ਮੈਂ ਮਤ ਲਪਟਾਨੀ। ਨਾ ਉਹ ਬੋਲਣਾ ਤਾਂ ਅੱਗੋਂ ਚਾਹੁੰਦਾ ਸੀ ਰਾਏ ਬੁਲਾਰ, ਪਰ ਉਹਨੂੰ ਅੱਗੋਂ ਕੋਈ ਗੱਲ ਨਹੀਂ ਔੜਦੀ, ਕਿਉਂਕਿ ਉਸ ਦੀ ਜਿਹੜੀ ਬੁੱਧੀ ਹੈ ਨਾ ਅਤਿਅੰਤ ਮੋਹ ਦੇ ਵਿੱਚ ਫਸ ਕੇ ਰਹਿ ਗਈ। ਹੁਣ ਬਹੁਤਾ ਪਿਆਰ ਸੀ ਨਾ, ਹੁਣ ਜਿਹਦੇ ਨਾਲ ਬਹੁਤਾ ਪਿਆਰ ਹੁੰਦਾ ਕਈ ਵਾਰ ਨਾ ਉਹਦੇ ਤਾਂ ਹੀ ਕੋਈ ਬਚਨ ਵਿਲਾਸ ਵੀ ਨਹੀਂ ਕੀਤਾ ਜਾਂਦਾ। ਤੋਂ ਹੁਣ ਸਤਿਗੁਰ ਦੇਵ ਜੀ ਤੇ ਬਹੁਤਾ ਪਿਆਰ ਸੀ। ਹੁਣ ਰਾਏ ਬੁਲਾਰ ਚਾਹੁੰਦਾ ਸਤਿਗੁਰ ਦੇਵ ਜੀ ਨੂੰ ਧੀਰਜ ਦੇਣਾ, ਪਰ ਉਹਨੂੰ ਇਹ ਵੀ ਪਤਾ ਹੈ ਵੀ ਮੈਂ ਜਿਹਨਾਂ ਨੂੰ ਧੀਰਜ ਦੇਣ ਦਾ ਯਤਨ ਕਰ ਰਿਹਾ ਵੀ ਇਹ ਤਾਂ ਆਪ ਮੈਨੂੰ ਧੀਰਜ ਦੇਣ ਹਾਰੇ ਹੈ। ਤੋ ਇਸ ਕਰਕੇ ਸਤਿਗੁਰ ਦੇਵ ਜੀ ਨੂੰ ਕੁਝ ਕਹਿ ਇੱਦਾਂ ਹੋਇਆ ਵੀ ਚਾਹੁੰਦਾ ਹੋਇਆ ਵੀ ਕਹਿ ਨਹੀਂ ਕੁਝ ਸਕਿਆ। ਨਿਕਟ ਜੇ ਨਰ ਕਰੁਣਾ ਮਨ ਨਾਨੈ ਠਾਨੈ, ਕਾਲੂ ਕੋ ਕੁਸੀਲ ਪਹਿਚਾਨੈ। ਹਾਂ, ਜਿਹੜੇ ਹੁਣ ਮਨੁੱਖ ਆਸ-ਪਾਸ ਕੋਲੇ ਖੜੇ ਸਨ ਉਹ ਹੁਣ ਬਹੁਤ ਤਰਸਵਾਨ ਹੋ ਗਏ ਤੇ ਹੁਣ ਮਹਿਤਾ ਕਲਿਆਣ ਦਾਸ ਜੀ ਦੇ ਚਿੱਤ ਨੂੰ ਬਹੁਤ ਕਠੋਰ ਜਾਣ ਲੱਗੇ। ਹੁਣ ਸਮਝਦੇ ਵੀ ਮਹਿਤਾ ਕਲਿਆਣ ਦਾਸ ਦੇ ਬਹੁਤ ਕਠੋਰ ਹਿਰਦੇ ਵਾਲਾ ਹੈ। ਰਾਏ ਸੁਨਾਏ ਬਚਨ ਕਹਿ ਨਿੰਦ ਹੈ, ਕਰੂਰ ਕਰਮ ਕੀਨੋ ਮਨ ਬਿੰਦ ਹੈ। ਹੁਣ ਉਹ ਦੱਸ ਰਹੇ ਆ ਰਾਏ ਬੁਲਾਰ ਨੂੰ ਕਹਿ ਰਹੇ ਆ ਵੀ ਹੁਣ ਕਾਲੂ ਜੀ ਤੇ ਹੁਣ ਬਹੁਤ ਜ਼ਿਆਦੇ ਹੁਣ ਆਪਣੇ ਤਾਂ ਹੀ ਸਖਤ ਸੁਭਾਅ ਵਾਲੇ ਆ। ਹੁਣ ਉਹਨਾਂ ਦੀ ਨਿੰਦਾ ਕਰ ਰਹੇ ਆ ਬਾਬਾ ਕਲਿਆਣ ਦਾਸ ਜੀ ਦੇ ਸੁਭਾਅ ਦੀ, ਤੇ ਮਾਨੀ ਮਾਨ ਹੁਣ ਕਾਲੂ ਜੀ ਨੂੰ ਮਾੜਾ ਕਹਿ ਰਹੇ ਆ ਵੀ ਬਹੁਤ ਮਾੜਾ ਕੰਮ ਕੀਤਾ ਹੈ। ਨੀਲ ਕਪੋਲ ਬਿਲੋਕਤ ਲੋਚਨ, ਮ੍ਰਿਦੁਲ ਲਖ ਹੈ ਕਰ ਅਸੁਰੂ ਮੋਚਨ। ਗੁਰੂ ਜੀ ਦੀਆਂ ਗੱਲਾਂ ਉੱਤੇ ਪਏ ਨੀਲੇ ਹੁਣ ਜਿਹੜੇ ਨਿਸ਼ਾਨ ਅੱਖਾਂ ਨਾਲ ਵੇਖ ਕੇ ਗੁਰੂ ਜੀ ਨੂੰ ਕੋਮਲ ਜਾਣਦੇ ਹੋਏ ਰਾਏ ਬੁਲਾਰ ਜੀ ਧਰ ਧੀਰਜ ਔਰ ਰਾਏ ਬੁਲਾਰੂ, ਪਰਖ ਸਮਰਖ ਕੀਨ ਉਚਾਰੂ। ਅਤੇ ਬਹੁਤ ਹੁਣ ਉਹ ਵੀ ਪਿਆਰ ਜਤਲਾਉਂਦੇ ਹੈ ਤੇ ਅੱਖਾਂ ਦੇ ਵਿੱਚੋਂ ਵਗਦੇ ਆ ਹੰਝੂ ਪੂੰਛਦੇ ਪਹੁੰਚਦੇ ਹੈ ਤੇ ਮਨ ਵਿੱਚ ਧੀਰਜ ਕਰ ਸਾਹ ਦੀ ਗੱਲ ਸਮਝ ਕੇ ਹੁਣ ਆਪਣੇ ਗੁੱਸੇ ਦੇ ਤਾਈਂ ਉਹ ਹੁਣ ਕਾਬੂ ਪਾਉਣ ਦਾ ਯਤਨ ਕਰਦੇ ਹੈ। ਕਾਲੂ ਕਲਹਿ ਕਰੂਰ ਕਠੋਰਾ, ਏਕ ਨ ਮਾਨਿਓ ਤੈ ਬਚ ਮੋਰਾ। ਹੁਣ ਇਸ ਤਰ੍ਹਾਂ ਬਾਬਾ ਕਲਿਆਣ ਦਾਸ ਜੀ ਵੀ ਆ ਜਾਂਦੇ ਆ ਤੇ ਵੇਖ ਕੇ ਨਾ ਹੁਣ ਮਹਿਤਾ ਕਲਿਆਣ ਦਾਸ ਜੀ ਨੂੰ ਰਾਏ ਬੁਲਾਰ ਜੀ ਕਹਿੰਦੇ ਕਾਲੂ ਕਲਹੀ। ਹੁਣ ਕਹਿੰਦੇ ਆ ਕਾਲੂ ਕਲਹੀ ਤੂੰ ਲੜਾਕਾ ਹੀ ਰਿਹਾ, ਝਗੜਾਲੂ ਰਿਹਾ। ਕਰੂਰ ਕਹਿੰਦੇ ਨਿਰਦਈ ਤੇ ਕਠੋਰਾ ਕਹਿੰਦੇ ਸਖਤ, ਵੀ ਤੂੰ ਬਹੁਤ ਹੁਣ ਆਪਣੇ ਤਾਈਂ ਹੁਣ ਨਰਾਦਰੀ ਕੀਤੀ ਹੈ, ਤੂੰ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਕਰੁਣਾਹੀਨ ਕੁਸ਼ੀਲ ਕੁਡਾਲੀ, ਸੁਧ ਪਰਲੋਕ ਹਿਰਦਾ ਤਵ ਖਾਲੀ। ਤੂੰ ਬੇਤਰਸ ਹੈ, ਕਰੜੇ ਮਾੜੇ ਸੁਭਾਅ ਵਾਲਾ ਹੈ, ਤੂੰ ਰਤਾ ਜਿੰਨੀ ਵੀ ਕੋਈ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਪਰ ਲੋਕ ਦੀ ਖਬਰ ਦਾ ਤੈਨੂੰ ਰਤਾ ਜਿੰਨਾ ਵੀ ਕੋਈ ਗਿਆਨ ਨਹੀਂ ਤੇ ਤੂੰ ਭੋਰਾ ਵੀ ਨਹੀਂ ਡਰਦਾ। ਦਿਨ ਪ੍ਰਤ ਬ੍ਰਿਦਤ ਮਨ ਤਨ ਲੋਭਾ, ਸੁਤ ਸੁਸ਼ੀਲ ਕੀ ਲਖਤ ਨ ਸੋਭਾ। ਤੇਰੇ ਅੰਦਰ ਹਰ ਰੋਜ਼ ਹੁਣ ਧਨ ਕਮਾਉਣ ਦਾ ਹੀ ਲਾਲਚ ਵੱਧਦਾ ਜਾ ਰਿਹਾ ਹੈ ਤੇ ਤੇਰੇ ਹੁਣ ਇਸ ਸੁਸ਼ੀਲ ਸੁਭਾਅ ਵਾਲੇ ਪੁੱਤਰ ਦੀ ਵਡਿਆਈ ਦਾ ਤੈਨੂੰ ਕੋਈ ਗਿਆਨ ਨਹੀਂ, ਤੈਨੂੰ ਇਸ ਆਪਣੇ ਪੁੱਤਰ ਦੀ ਕੋਈ ਸਾਰ ਨਹੀਂ। ਸੁਖ ਇਸ ਲੋਕ ਹੈ ਦੀਨ ਬਸਾਰੀ, ਜਿਨ ਪਰਲੋਕ ਪਰ ਡੀਠ ਸੁਧਾਰੀ। ਹਾਂ, ਹੁਣ ਜਿਹੜਾ ਅਗਲਾ ਜਿਹੜਾ ਹੁਣ ਪ੍ਰਲੋਕ ਹੈ ਉਹਨੂੰ ਸੁਧਾਰਨ ਹਿੱਤ ਹੁਣ ਤੂੰ ਰਤਾ ਜਿੰਨਾ ਵੀ ਹੁਣ ਨਹੀਂ ਵਿਚਾਰ ਕਰਦਾ ਤੇ ਇਸ ਲੋਕ ਦੇ ਸੁੱਖ ਵਿਸਾਰ ਦਿੱਤੇ ਹਨ ਵੀ ਹੁਣ ਜਿਹੜਾ ਇੱਥੋਂ ਦਾ ਸੁੱਖ ਹੈ ਨਾ ਤੈਨੂੰ ਮਿਲਿਆ ਇਹਦੀ ਵੀ ਤੂੰ ਕੋਈ ਸੰਭਾਲ ਨਹੀਂ ਕਰ ਰਿਹਾ ਤੇ ਪ੍ਰਲੋਕ ਤਾਂ ਤੂੰ ਸਵਾਰਨਾ ਹੀ ਕੀ ਹੋਇਆ। ਆਸ ਸੁਤ ਉਚਿਤ ਨੈ ਤਵ ਕਰ ਮਾਹੀ, ਛਤਰੀ ਬਰਨ ਕਰਮ ਤਸ ਨਾਹੀ। ਕਹਿੰਦੇ ਇਹ ਜੇ ਮਹਾਨ ਪੁੱਤਰ ਦਾ ਤੇਰੇ ਘਰ ਵਿੱਚ ਰਹਿਣਾ ਉਚਿਤ ਨਹੀਂ ਹੈ, ਕਿਉਂਕਿ ਉਸ ਦੇ ਕੰਮ ਛਤਰੀ ਵਰਨ ਜਿਹੇ ਨਹੀਂ ਹਨ। ਕਿਉਂਕਿ ਹੁਣ ਜਿਹੜਾ ਤੇਰਾ ਪੁੱਤਰ ਹੈ ਨਾ ਹੁਣ ਕਿਉਂਕਿ ਹੁਣ ਕਹਿਣ ਲੱਗੇ ਵੀ ਤੂੰ ਤੇ ਹੁਣ ਖੱਤਰੀ ਹੈ, ਕਹਿੰਦੇ ਹੁਣ ਤੇਰੇ ਘਰੇ ਹੁਣ ਇਹ ਜਿਹੜਾ ਤੇਰਾ ਪੁੱਤਰ ਹੈ ਨਾ ਹੁਣ ਇਹਦਾ ਰਹਿਣਾ ਨਹੀਂ ਬਣਦਾ। ਕਲਪ ਬ੍ਰਿਛ ਜਿਉ ਨਿਪਜਹ ਮਾਰੂ, ਜਿਉ ਸੰਬਕ ਤੇ ਮੁਕਤਾ ਚਾਰੂ। ਕਹਿਣ ਲੱਗੇ ਇਹ ਤਾਂ ਇਉਂ ਗੱਲ ਹੈ ਜਿਵੇਂ ਰੇਤਲੇ ਹੁਣ ਜਗ੍ਹਾ ਵਿੱਚ ਰੇਤਲੇ ਹੁਣ ਥਲ ਗਈ ਹੁਣ ਰੇਤਲੀ ਭੂਮੀ ਵਿੱਚ ਕੋਈ ਕਲਪ ਵਿੱਚ ਉੱਗ ਪਵੇ ਅਤੇ ਉਹ ਹੁਣ ਫਲੀ ਵੀ ਤੇ ਸੁੰਦਰ ਹੁਣ ਮੋਤੀ ਉੱਗ ਪਵੇ। ਹੁਣ ਕਹਿਣ ਲੱਗੇ ਵੀ ਇਹ ਤਾਂ ਇਉਂ ਹੈ ਵੀ ਜਿਵੇਂ ਮਾਰੂ ਥਲ ਵਿੱਚ ਹੁਣ ਕੋਈ ਉੱਗ ਪਵੇ ਨਾ ਕਲਪ ਬ੍ਰਿਛ
ਤੇ ਜਾਂ ਕਹਿਣ ਲੱਗੇ ਕੋਈ ਹੁਣ ਹਲੀ ਵਿੱਚ ਹੁਣ ਕਹਿੰਦੇ ਕੋਈ ਸੁੰਦਰ ਮੋਤੀ ਉਗ ਪਵੇ, ਪਰ ਹੁਣ ਤੈਨੂੰ ਹੁਣ ਇਸ ਦੀ ਸਾਰ ਹੀ ਨਹੀਂ। ਤਿਉ ਅਜੋਗ ਬਿਦ ਮੈਂ ਲਖ ਲੀਨੀ, ਈਸ਼ਵਰ ਕੀ ਗਤ ਪਰ ਨ ਚੀਨੀ। ਕਹਿਣ ਲੱਗੇ ਵੀ ਮੈਂ ਹੁਣ ਜਾਣ ਲਿਆ ਇਸ ਤਰ੍ਹਾਂ ਇਹ ਸਾਰੀ ਗੱਲ ਨੂੰ। ਕਹਿਣ ਲੱਗੇ ਇਹ ਅਨੁਚਿਤ ਹੈ, ਇਹ ਉਚਿਤ ਨਹੀਂ ਹੈ। ਪਰਮੇਸ਼ਰ ਦੀ ਜਿਹੜੀ ਲੀਲਾ ਹੈ ਨਾ ਇਹ ਜਾਣੀ ਨਹੀਂ ਜਾ ਸਕਦੀ। ਮੈਨੂੰ ਪਤਾ ਨਹੀਂ ਵੀ ਵਿਧਾਤਾ ਦੀ ਕੀ ਮੌਜ ਹੈ ਵੀ ਤੇਰੇ ਘਰ ਹੀ ਹੁਣ ਇਹ ਪੁੱਤਰ ਰੂਪ ਵਿੱਚ ਨਾਨਕ ਜੀ ਕਿਉਂ ਪ੍ਰਗਟ ਹੋਏ, ਵੀ ਇਹ ਗੱਲ ਮੈਥੋਂ ਹੁਣ ਸਮਝ ਹੀ ਨਹੀਂ ਜਾ ਰਹੀ। ਕਿਉਂਕਿ ਤਾਂ ਇਉਂ ਹੈ ਜਿਵੇਂ ਹੁਣ ਰੇਤਲੀ ਭੂਮੀ ਵਿੱਚ ਕੋਈ ਕਲਪ ਬਿਰਛ ਉੱਗ ਪਿਆ ਹੋਵੇ। ਲਜਤ ਕਾਲੋ ਸਭਾ ਮਜਾਰਾ, ਪੁਨ ਬੁਲਾਰ ਸੋ ਬਚਨ ਉਚਾਰਾ। ਹੁਣ ਮਹਿਤਾ ਕਲਿਆਣਦਾਸ ਜੀ ਹੁਣ ਸਭਾ ਦੇ ਵਿੱਚ ਬਹੁਤ ਲੱਜਤ ਹੋਏ, ਬਹੁਤ ਸ਼ਰਮਿੰਦਾ ਹੋਏ, ਤੇ ਫਿਰ ਉਹਨਾਂ ਨੇ ਰਾਏ ਬੁਲਾਰ ਜੀ ਨੂੰ ਆਪਣੇ ਬੰਦਿਓ ਕੁਝ ਕਹਿਣਾ ਕੀਤਾ। ਮੁਝ ਸੋ ਕਰਤ ਅਧਿਕ ਤੁਮ ਰੋਸੂ, ਹਿਰਦੈ ਵਿਚਾਰੋ ਕਹਿ ਕੋ ਦੋਸੂ। ਹੁਣ ਆਪਣੇ ਬੰਦਿਓ ਕਹਿਣ ਲੱਗੇ, ਬਾਬਾ ਕਲਿਆਣਦਾਸ ਜੀ ਆਪਣਾ ਪੱਖ ਰੱਖਣ ਲੱਗੇ, ਕਹਿੰਦੇ ਤੁਸੀਂ ਮੈਨੂੰ ਤਾਂ ਸਾਰੇ ਕਹਿ ਰਹੇ ਹੋ, ਮੇਰੇ ਤੇ ਸਾਰੇ ਗੁੱਸੇ ਹੋ ਰਹੇ ਹੋ, ਪਰ ਤੁਸੀਂ ਰਤਾ ਜਨਾ ਮਨ ਵਿੱਚ ਵਿਚਾਰ ਕਰਕੇ ਉਹਨੂੰ ਕਸੂਰ ਤਾਂ ਵੇਖਣਾ ਕਰੋ ਕਿਹਦਾ ਹੈ। ਬਨ ਜਹੇਤ ਕਰਤੇ ਦੇ ਦਰਬਾ, ਜਾਏ ਫਕੀਰਨ ਅਰਪਿਓ ਸਰਬਾ। ਕਹਿਣ ਲੱਗਾ ਵੀ ਮੈਂ ਇਹਨੂੰ 20 ਰੁਪਏ ਦਿੱਤੇ ਸੀਗੇ ਹੁਣ ਵਣਜ ਕਰਨ ਵਾਸਤੇ, ਵਪਾਰ ਕਰਨ ਵਾਸਤੇ, ਇਹਨੇ ਸਾਰੇ ਫਕੀਰਾਂ ਨੂੰ ਅਰਪਣ ਕਰ ਦਿੱਤੇ, ਇਹਨੇ ਸਾਰਾ ਹੀ ਪੈਸਾ ਉੱਥੇ ਖਰਚ ਕਰ ਦਿੱਤਾ। ਵਹਿਰ ਨਗਰ ਤੇ ਬੈਸੋ ਦੁਰ ਕੈ, ਉੱਤਰ ਨਦੀਨੋ ਕੋ ਘਰ ਮੁਰਕੈ। ਤੇ ਫਿਰ ਕਹਿਣ ਲੱਗੇ ਨਗਰ ਤੋਂ ਬਾਹਰ ਹੀ ਛੁਪ ਗਿਆ, ਲੋਕੇ ਬੈਠ ਗਿਆ, ਤੇ ਘਰੇ ਆ ਕੇ ਨਹੀਂ ਕੋਈ ਹੁਣ ਗੱਲਬਾਤ ਨਾ ਦੱਸਣਾ, ਕਿ ਕੋਈ ਜਵਾਬ ਹੀ ਨਹੀਂ ਦਿੱਤਾ ਵੀ ਮੈਂ ਕੀ ਵਣਜ ਵਪਾਰ ਕਰਕੇ ਆਇਆ ਹਾਂ। ਬਾਲੇ ਕਹੀ ਹਕੀਕਤ ਸਾਰੀ, ਤਹ ਬੈਸਿਓ ਸਰ ਜਹ ਬਿਨ ਬਾਰੀ। ਕਹਿਣ ਲੱਗੇ ਤਾਂ ਮੈਨੂੰ ਸਾਰੀ ਖਬਰ ਤਾਂ ਜਾ ਕੇ ਬਾਲੇ ਨੇ ਦਿੱਤੀ, ਇਹਦੇ ਸਾਥੀ ਨੇ, ਵੀ ਉਹ ਤਾਂ ਬਾਹਰ ਬੈਠਾ, ਤੁਹਾਡਾ ਪੁੱਤਰ ਕਰਿਆ ਜਿਹੜਾ ਵਪਾਰ ਉਹਨੇ ਕਰਨਾ ਸੀ, ਇਹ ਤਾਂ ਹੁਣ ਬਾਹਰ ਸੁੱਕੇ ਤਲਾਬ ਤੇ ਬੈਠਾ ਸੀ। ਜਬ ਕੋ ਜਨਮਿਓ ਸੁਰਤ ਸੰਭਾਰਾ, ਕਈ ਬਾਰ ਇਉ ਸਦਨ ਉਜਾਰਾ। ਕਹਿਣ ਲੱਗੇ ਵੀ ਜਦੋਂ ਦਾ ਮੇਰੇ ਘਰ ਪੈਦਾ ਹੋਇਆ, ਜਦੋਂ ਦੀ ਇਹਨੇ ਸੁਰਤ ਸੰਭਾਲੀ ਹੈ ਨਾ, ਇਹ ਤਾਂ ਉਸ ਦਿਨ ਤੋਂ ਹੀ ਹੁਣ ਮੇਰੇ ਤਾਈਂ ਹੁਣ ਨੁਕਸਾਨ ਪਹੁੰਚਾ ਰਿਹਾ ਹੈ। ਇਹਨੇ ਹੁਣ ਘਰ ਦਾ ਕਿੰਨਾ ਨੁਕਸਾਨ ਕਰ ਦਿੱਤਾ ਹੈ। ਸੁਣ ਬੁਲਾਰ ਪੁਨ ਗਿਰਾ ਬਖਾਨੀ, ਤਬ ਔਰ ਪਾਹਨ ਨਿੰਦਾ ਠਾਨੀ। ਤੇ ਜਦੋਂ ਮਹਿਤਾ ਕਲਿਆਣਦਾਸ ਜੀ ਦੀ ਗੱਲ ਸਾਰੀ ਰਾਏ ਬੁਲਾਰ ਜੀ ਨੇ ਸੁਣੀ ਹੈ, ਤੇ ਕਹਿਣ ਲੱਗੇ ਅੱਗੋਂ ਵੀ ਤੇਰਾ ਤਾਂ ਹਿਰਦਾ ਹੁਣ ਪੱਥਰ ਹੀ ਹੈ, ਹੁਣ ਤੂੰ ਆਪਣੇ ਬੰਦਿਓ ਹੁਣ ਇਸ ਗੱਲ ਨੂੰ ਨਹੀਂ ਸਮਝ ਸਕਦਾ। ਪੁੱਤਰ ਨੇ ਨਹਿ ਪੈ ਜਗ ਤੇਸਾ, ਪਰਮਾਰਥ ਕੀ ਸੁਮਤ ਨ ਲੇਸਾ। ਕਹਿਣ ਲੱਗੇ ਵੀ ਨਾ ਤਾਂ ਤੈਨੂੰ ਪਰਮੇਸ਼ਰ ਦਾ ਕੋਈ ਰੱਤਾ ਜਿੰਨਾ ਭੈ ਹੈ, ਤੇ ਨਾ ਹੀ ਤੈਨੂੰ ਤੇਰੇ ਪੁੱਤਰ ਨਾਲ ਕੋਈ ਮੋਹ ਹੈ, ਪਿਆਰ ਪ੍ਰੇਮ ਹੈ। ਲੋਭ ਲਹਿਰ ਔਰ ਸਰਦਾ ਖਾਲੀ, ਅਜਮਤ ਸਮਝਤ ਚਿਤ ਨ ਵਿਸਾਲੀ। ਕਹਿਣ ਲੱਗੇ ਆਪਣੇ ਨੂੰ ਰਾਏ ਬੁਲਾਰ ਜੀ, ਹੁਣ ਨਾ ਤੈਨੂੰ ਕੋਈ ਪਰਮਾਰਥ ਦੀ ਕੋਈ ਸਮਝ ਸੋਝੀ ਹੈ, ਤੇਰੇ ਮਨ ਅੰਦਰ ਤਾਂ ਲੋਭ ਲਹਿਰ ਹੀ ਭਰਿਆ ਹੋਇਆ। ਕਹਿਣ ਲੱਗੇ ਹੁਣ ਤੈਨੂੰ ਉੱਕਾ ਹੀ ਕੋਈ ਸ਼ਰਧਾ ਨਹੀਂ, ਤੂੰ ਹੁਣ ਸਕਣਾ ਹੈ, ਤੇ ਤੇਰੇ ਮਨ ਵਿੱਚ ਤਾਂ ਹੁਣ ਸਦਾ ਹੀ ਹੁਣ ਲੋਭ ਦਾ ਹੀ ਵਾਜਾ ਵੱਜਦਾ ਹੈ, ਤੇ ਵੱਡੀ ਕਰਾਮਾਤ ਨੂੰ ਸਮਝ ਹੀ ਨਹੀਂ ਸਕਦਾ। ਹੁਣ ਤੇਰੇ ਕੋਲੇ ਹੁਣ ਸੂਖਮ ਆਖੀ ਨਹੀਂ ਹੈ। ਹੁਣ ਰਾਏ ਬੁਲਾਰ ਜੀ ਹੁਣ ਥੋੜ੍ਹਾ ਜਿਹਾ ਸਖਤੀ ਤੋਂ ਕੰਮ ਲੈ। ਮਹਿਤਾ ਕਲਿਆਣਦਾਸ ਜੀ ਤਾਂ ਇਹ ਗੱਲ ਕਹਿ ਰਹੇ ਸੀ। ਬਰ ਪਾਰਸ ਕਰ ਪਰ ਹਰ ਉਰ ਤੇ, ਚਾਹਤ ਫਿਰਤ ਸੋ ਕੌਡੀ ਪਰ ਤੇ। ਐਂ ਲੱਗੇ ਤੈਨੂੰ ਪਤਾ ਨਹੀਂ ਤੇਰੇ ਘਰ ਹੁਣ ਕਿੰਨਾ ਕੀਮਤੀ ਹੁਣ ਇਹ ਸ੍ਰੇਸ਼ਟ ਪਾਰਸ ਹੈ, ਪਰ ਕਹਿੰਦੇ ਇਹਨੂੰ ਤੂੰ ਦਿਲੋਂ ਵਿਸਾਰ ਕੇ ਤੇ ਬਾਹਰ ਕੌਡੀਆਂ ਇਕੱਠੀਆਂ ਕਰਦਾ ਫਿਰ ਰਿਹਾ ਹੈ। ਹੁਣ ਤੈਨੂੰ ਸਾਰ ਹੀ ਨਹੀਂ ਨਾ। ਹੁਣ ਜਿਵੇਂ ਕੋਈ ਸਾਰ ਨਾ ਹੋਵੇ ਕਿਸੇ ਬੰਦੇ ਨੂੰ, ਹੁਣ ਸਾਰ ਨਹੀਂ ਸੀ ਨਾ ਸੌਰ ਸਰਾਏ ਨੂੰ, ਤੇ ਸੌਰ ਸਾਰ ਸੀ, ਪਰ ਹੁਣ ਕਿੰਨੇ ਜੌਹਰੀ ਸੀ ਜਿਨ੍ਹਾਂ ਨੂੰ ਸਾਰ ਨਹੀਂ ਸੀ, ਤੋ ਇਸੇ ਹੁਣ ਉਹਦੇ ਤਾਂ ਹੀ ਦੱਸਣਾ ਕਰ ਰਿਹਾ ਹੈ। ਜਿਉ ਅਜਾਨ ਕੋ ਪ੍ਰਾਪਤ ਹੀਰਾ, ਕਿਉਂ ਸੁਖ ਪਾਵੈ ਰੰਕ ਅਧੀਰਾ। ਹੁਣ ਜਿਵੇਂ ਕਿਸੇ ਨੂੰ ਪਤਾ ਹੀ ਨਾ ਹੋਵੇ ਹੀਰੇ ਦੀ, ਹੁਣ ਕਿਸੇ ਕੰਗਾਲ ਨੂੰ ਹੀਰਾ ਮਿਲ ਜੇ ਤੇ ਉਹਨੂੰ ਸਾਰ ਨਾ ਹੋਵੇ, ਤੇ ਉਹ ਮਨ ਵਿੱਚ ਫਿਰ ਦੁਖੀ ਹੈ, ਪਰ ਉਹਨੂੰ ਉਸ ਤੋਂ ਸੁੱਖ ਲੈ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਹੀਰੇ ਦੀ ਸਮਝ ਹੀ ਨਹੀਂ। ਹੁਣ ਜਿਹਦੇ ਕੋਲੇ ਹੁਣ ਹੀਰਾ ਹੈ ਤੇ ਜਿਹਨੂੰ ਸਾਰ ਹੈ, ਹੁਣ ਉਹੀ ਉਹਦਾ ਠੀਕ ਮੁੱਲ ਤਾਰ ਸਕਦਾ ਨਾ, ਪਰ ਜੇ ਕਿਸੇ ਕੰਗਾਲ ਨੂੰ ਮਿਲ ਜਾਏ ਹੀਰਾ ਤੇ ਫਿਰ
ਉਹਨੂੰ ਪਤਾ ਹੀ ਨਾ ਹੋਵੇ ਤੇ ਉਹ ਫਿਰ ਆਪਣੇ ਦਲੀਦੀ ਦੀ ਥੋੜ੍ਹੀ ਕੱਟ ਸਕਦਾ ਹੈ। ਸ਼੍ਰੀ ਨਾਨਕ ਤਨ ਧਰ ਕਰ ਹਿੰਦੂ, ਤੁਰਕ ਜਨਮ ਆਪਣੋ ਮਨ ਬਿੰਦੂ। ਕਹਿਣ ਲੱਗੇ ਵੀ ਇਹ ਪਤਾ ਨਹੀਂ ਹੁਣ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਹੁਣ ਹਿੰਦੂ ਘਰਾਣੇ ਵਿੱਚ ਜਿਹੜਾ ਹੁਣ ਇਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਲਿਆ ਹੈ, ਪਰ ਮੇਰਾ ਜਿਹੜਾ ਜਨਮ ਹੈ ਨਾ ਤੁਰਕ ਘਰਾਣੇ ਦਾ, ਕਿਉਂਕਿ ਰਾਏ ਬਲਾਰ ਜੀ ਮੁਸਲਮਾਨ ਸਨ। ਅਸਮੰਜਸ ਹਵੈ ਹੈ ਨਿਜ ਸਦਮਾ, ਰਾਖੋ ਜੇ ਮੁਕੰਦ ਪਦ ਪਦਮਾ। ਆਪਣੇ ਤਾਂ ਹੀ ਹੁਣ ਸੋਚਦਾ ਹੈ ਵੀ ਇਹ ਕਮਲ ਮੁਖੜੇ ਵਾਲੇ ਸਤਿਗੁਰ ਦੇਵ ਜਿਹੜੇ ਮੁਕਤੀ ਦਾਤੇ ਹੈ ਨਾ, ਜੇਕਰ ਮੈਂ ਇਹਨਾਂ ਨੂੰ ਆਪਣੇ ਘਰ ਰੱਖ ਲਵਾਂ ਤਾਂ ਇਹ ਅਯੋਗ ਗੱਲ ਹੋਵੇਗੀ। ਹੁਣ ਸੋਚਦਾ ਉਹ ਸਤਿਗੁਰੂ ਜੀ ਦੇ ਨਾਲ ਸਨੇਹ ਬੜਾ ਸੀ, ਪਰ ਉਹਨੂੰ ਨਹੀਂ ਸੀ ਪਤਾ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਉਹਨੇ ਵੀ ਜਿਨ੍ਹਾਂ ਨੇ ਹੁਣ ਹਿੰਦੂ ਤੇ ਮੁਸਲਮਾਨ ਦੇ ਝਗੜੇ ਦਾ ਹੀ ਨਿਬੇੜਾ ਕਰਨਾ, ਕਿਉਂਕਿ ਸਤਿਗੁਰ ਦੇਵ ਜੀ ਦਾ ਤੀਸਰੇ ਪੰਥ ਦੀ ਗੱਲ ਪ੍ਰਗਟਾਉਣੀ ਹੈ ਨਾ, ਕਿਉਂਕਿ ਅਜੇ 1900 ਰਾਏ ਬਲਾਰ ਨੂੰ ਵੀ ਨਹੀਂ ਸੀ। ਹੁਣ ਉਹ ਵੀ ਸਭ ਵਿਚਾਰਾ ਇਹ ਸਮਝਦਾ ਸੀ ਵੀ ਹੁਣ ਜੇ ਮੈਂ ਇਹਨਾਂ ਨੂੰ ਆਪਣੇ ਘਰ ਰੱਖ ਲਵਾਂ ਤੇ ਇਹਨਾਂ ਦਾ ਪਾਲਣ ਪੋਸ਼ਣ ਕਰਾਂ, ਪਰ ਉਹਨੂੰ ਇਹ ਨਹੀਂ ਸੀ ਇੰਨਾ ਪਤਾ ਵੀ ਸਤਿਗੁਰ ਦੇਵ ਜੀ ਤੇ ਉਹ ਹੈ ਵੀ ਜਿਨ੍ਹਾਂ ਨੇ ਆਪਣੇ ਤਾਈਂ ਉਹਨਾਂ ਨੂੰ ਆਪਣੇ ਨਾਲ ਬਿਠਾਉਣਾ, ਜਿਨ੍ਹਾਂ ਨੇ ਇਹ ਬਚਨ ਕਹੇ ਵੀ ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੂਲਾ ਛਾੜੇ ਦੋ। ਪਰ ਇੱਥੇ ਹੁਣ ਰਾਏ ਬਲਾਰ ਆਪਣੇ ਮਨ ਵਿੱਚ ਸੋਚ ਰਿਹਾ ਹੈ, ਧਨ ਤ੍ਰਿਸ਼ਨਾ ਕਾਲੂ ਔਰ ਤੇਰੇ, ਇਨਕੋ ਖਰਚ ਲਿਓ ਕਰ ਮੇਰੇ। ਕਹਿਣ ਲੱਗੇ ਕਲਿਆਣ ਦਾਸ ਜੀ ਨੂੰ ਰਾਏ ਬਲਾਰ, ਕਹਿੰਦੇ ਤੇਰੇ ਚਿੱਤ ਵਿੱਚ ਤਾਂ ਬਹੁਤ ਹੀ ਧਨ ਦੀ ਤ੍ਰਿਸ਼ਨਾ ਹੈ, ਲਾਲਸਾ ਹੈ, ਕਹਿੰਦੇ ਕਿ ਇਹਨਾਂ ਨੂੰ ਜਿੰਨੇ ਧਨ ਦੀ ਲੋੜ ਹੈ ਨਾ ਤੂੰ ਮੇਰੇ ਘਰੋਂ ਲੈ ਜਾਇਆ ਕਰ। ਅਸ ਕਹਿ ਦਾਸ ਪਠਾ ਤਤਕਾਲਾ, ਜਹ ਰਾਣੀ ਖੋਖਰ ਮਦਸਾਲਾ। ਹਾਂ ਹੁਣ ਆਪਣੇ ਬੰਦੇ ਨੂੰ ਛੇਤੀ ਨਾਲ ਆਪਣਾ ਇੱਕ ਨੌਕਰ ਭੇਜਿਆ, ਕਹਿੰਦੇ ਜਾ ਛੇਤੀ ਨਾਲ। ਹੁਣ ਜਿਹੜੀ ਰਾਣੀ ਖੋਖਰ ਜਾਤੀ ਦੀ ਰਾਣੀ ਸੀ, ਹੁਣ ਉਹਦੇ ਘਰ ਵਿੱਚ ਜੋ ਬੈਠੀ ਸੀ, ਹੁਣ ਉਹਦੇ ਤਾਂ ਹੀ ਭੇਜਣਾ ਆਪਣੇ ਇੱਕ ਨੌਕਰ ਨੂੰ ਕੀਤਾ। ਬੀਸ ਰਜਤ ਬਣ ਆਨ ਸੁਦੀਨੇ, ਲੀਨ ਨਿਰਪਤ ਨਿਜ ਪਾਨ ਪ੍ਰਬੀਨੇ। ਉਹ ਨੌਕਰ ਨੇ ਛੇਤੀ ਦੇ ਨਾਲ ਹੁਣ ਇਸ਼ਾਰਾ ਕੀਤਾ ਸੀ 20 ਰੁਪਏ ਲੈ ਆਉਣਾ ਕਿਤੇ, ਤੇ ਹੁਣ ਸੂਝਵਾਨ ਰਾਏ ਬਲਾਰ ਨੇ ਉਹ 20 ਰੁਪਏ ਆਪਣੇ ਹੱਥ ਵਿੱਚ ਲੈ ਕੇ ਜਬ ਹੈ ਦੇਨ ਲਾਗਿਓ ਕਰ ਕਾਲੂ, ਵੈ ਕੈ ਬੋਲਿਓ ਲਜਤ ਬਿਸਾਲੂ। ਤੇ ਹੁਣ ਰਾਏ ਬਲਾਰ ਜਦੋਂ 20 ਰੁਪਏ ਬਾਬੇ ਕਲਿਆਣ ਦਾਸ ਜੀ ਨੂੰ ਇਸ਼ਾਰਾ ਕਰਕੇ ਉਹ ਦੇਣ ਲੱਗੇ ਨਾ, ਤੇ ਬਾਬਾ ਕਲਿਆਣ ਦਾਸ ਜੀ ਕੋ ਬੜੇ ਲੱਜਤ ਹੋਏ, ਸ਼ਰਮਸਾਰ ਹੋਏ। ਨਹੀਂ ਬਸੂਰਤ ਮੈਂ ਇਹ ਦਰਬਾ, ਕਰਤਾ ਸਦਾ ਕੋ ਕਾਰਜ ਸਰਬਾ। ਕਹਿਣ ਲੱਗਿਆ ਵੀ ਮੈਂ 20 ਰੁਪਈਆਂ ਕਰਕੇ ਨਹੀਂ ਰਾਏ ਬਲਾਰ ਜੀ ਝੁਰਦਾ, ਮੈਨੂੰ ਤਾਂ ਇਸ ਗੱਲ ਦਾ ਦੁੱਖ ਹੈ ਵੀ ਇਹ ਸਦਾ ਹੀ ਹੈ, ਇਹਨੇ ਇੱਕ ਵਾਰੀ ਵੀ ਨਹੀਂ ਕੋਈ ਫੁੱਟੀ ਕੌਡੀ ਕਮਾ ਕੇ ਲਿਆਉਣਾ ਕੀਤੀ, ਬਣੇ ਨੁਕਸਾਨ ਹੀ ਕੀਤਾ, ਝੁਰਦਾ ਤਾਂ ਮੈਂ ਇਸ ਗੱਲ ਤੋਂ ਹਾਂ। ਮੁਝ ਪਾਛੇ ਨਿਜ ਕਰ ਵਿਵਹਾਰਾ, ਕਿਉਂ ਨਿਰਵਾਹ ਕਰੋ ਵਿਚਾਰਾ। ਮੈਂ ਤਾਂ ਇਹ ਸੋਚਦਾ ਵੀ ਹੁਣ ਮੇਰੇ ਜਿਉਂਦੇ ਜੀ ਦਾ ਇਹ ਹਾਲ ਹੈ, ਪਰ ਮੇਰੇ ਮਰਨ ਤੋਂ ਬਾਅਦ ਇਹ ਘਰ ਦਾ ਨਿਰਵਾਹ ਕਿਵੇਂ ਤੁਰੇਗਾ। ਮੈਨੂੰ ਤਾਂ ਇਸ ਗੱਲ ਦੀ ਜਿਹੜੀ ਚਿੰਤਾ ਹੈ ਉਹ ਹੁਣ ਬਹੁਤ ਸਤਾ ਰਹੀ ਹੈ। ਤੁਮ ਜੋ ਦੇਨ ਦਰਬ ਅਬ ਲਾਗੇ, ਸਰਬ ਸੁਖ ਦੀਨੇ ਕਿਨ ਆਗੇ। ਕਹਿਣ ਲੱਗਾ ਵੀ ਤੁਸੀਂ ਜਿਹੜੇ 20 ਰੁਪਏ ਦੇਣ ਲੱਗੇ ਹੋ, ਹੁਣ ਜਿਹੜੇ ਮੇਰੇ ਕੋਲੇ ਪਹਿਲਾਂ ਸੀ ਉਹ ਮੈਨੂੰ ਕਿਹਨੇ ਦਿੱਤੇ ਸੀ, ਇਹ ਸਾਰੀ ਤੁਹਾਡੀ ਤਾਂ ਮਾਇਆ ਹੈ ਨਾ। ਹੁਣ ਰਾਏ ਬਲਾਰ ਨੂੰ ਹੁਣ ਕਲਿਆਣ ਦਾਸ ਜੀ, ਕਿਉਂਕਿ ਬਾਬਾ ਕਲਿਆਣ ਦਾਸ ਜੀ ਰਾਏ ਬਲਾਰ ਦੇ ਹੁਣ ਪਟਵਾਰੀ ਸੀ, ਹੁਣ ਕਹਿਣ ਲੱਗੇ ਜਿਹੜੀ ਮਾਇਆ ਮੇਰੇ ਕਰੇ ਉਹ ਕਿਹਦੀ, ਉਹ ਵੀ ਤਾਂ ਤੁਹਾਡੀ ਹੈ ਨਾ। ਹੁਣ ਆਪਣੇ ਬੜੇ ਅਦਬ ਸਹਿਤ ਕਹਿਣਾ ਕੀਤਾ ਉਹ ਤਵ ਪ੍ਰਤਾਪ ਸਭ ਕੁਛ ਮੁਝ ਸਦਨਾ, ਤਵ ਪ੍ਰਸਾਦ ਕਰ ਦਾਰਿਦ ਰਦਨਾ। ਐਂ ਲੱਗਾ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਤਾਂ ਸਾਰਾ ਸੁੱਖ ਆਰਾਮ ਬਣਿਆ ਨਾ ਕਰੇ, ਤੁਹਾਡੀ ਕਿਰਪਾ ਦੇ ਨਾਲ ਹੀ ਤਾਂ ਮੇਰੇ ਘਰ ਦਾ ਸਾਰਾ ਦਲਿੱਦਰ ਦੂਰ ਹੋ ਗਿਆ ਹੈ ਨਾ, ਸਾਰੀ ਤੁਹਾਡੀ ਤਾਂ ਕਿਰਪਾ। ਹੁਣ ਰਾਏ ਬਲਾਰ ਨੂੰ ਇਹ ਗੱਲ ਬਾਬਾ ਕਲਿਆਣ ਦਾਸ ਕਹਿ ਰਹੇ ਹੈ, ਕਹੋ ਰਾਏ ਅਬ ਤੋ ਏ ਲੀਜੈ, ਬਹੁਰੋ ਜਾਂ ਬਿਦ ਕਾਰਜ ਕੀਜੈ। ਅੱਗੋਂ ਰਾਏ ਬਲਾਰ ਨੇ ਕਿਹਾ ਨਹੀਂ ਵੀ ਕਲਿਆਣ ਦਾਸ ਜੀ ਇੱਕ ਵਾਰ ਤਾਂ ਤੁਹਾਨੂੰ 20 ਰੁਪਏ ਲੈਣੇ ਪੈਣਗੇ, ਪਰ ਗਾਹਾਂ ਨੂੰ ਤੁਸੀਂ ਕੋਈ ਇਹੋ ਜਿਹੀ ਅਯੋਗ ਗੱਲ ਨਹੀਂ ਕਰਨੀ, ਹੁਣ ਇਹੋ ਜਿਹਾ ਕੋਈ ਗਾਹਾਂ ਨੂੰ ਮਸਲਾ ਨਹੀਂ ਬਣਾਉਣਾ। ਅਸਨ ਬਸਨ ਤੇ ਖਰਚ ਜੋ ਸਰਬਾ, ਮਮ ਟਿਕ ਤੇ ਗਿਨ ਕਰ ਲਿਓ ਦਰਬਾ। ਐਂ ਲੱਗਿਆ ਵੀ ਹੁਣ ਇਹਨਾਂ ਦੇ ਰੋਟੀ ਕੱਪੜੇ ਦਾ, ਹੁਣ ਪ੍ਰਸ਼ਾਦ ਪਾਣੀ ਦਾ ਜਿੰਨਾ ਵੀ ਕੋਈ ਖਰਚ ਕੇ ਚਲਾ ਨਾ ਤੁਸੀਂ ਸਾਰਾ ਇੱਥੋਂ ਲੈ ਜਾਇਆ ਕਰੋ, ਪਰ ਤੁਸੀਂ ਇਹਨਾਂ ਨੂੰ ਆਪਣੇ ਵੱਲੋਂ ਕੁਝ ਵੀ ਅਪਮਾਨਿਤ ਨਾ, ਕੋਈ ਵੀ ਅਪਮਾਨਿਤ ਕਰਨ ਵਾਲੇ ਸ਼ਬਦ ਨਹੀਂ ਕਹਿਣੇ। ਸੁਤ ਕੀ ਮਹਿਮਾ ਲਖ ਨ ਸਕਾਇਆ, ਦਰਬ ਲੋਭ ਹਿਰਦਾ ਫਿਰ ਮਾਇਆ। ਐਂ ਲੱਗੇ ਵੀ ਤੁਸੀਂ ਆਪਣੇ ਪੁੱਤਰ ਦੀ ਵਡਿਆਈ ਨੂੰ ਸਮਝ ਨਹੀਂ ਸਕੇ, ਤੁਹਾਨੂੰ ਤਾਂ ਹੁਣ
ਬਹੁਤਾ ਹੁਣ ਮਾਇਆ ਦਾ ਹੀ ਭਰਮ ਜਾਲ ਪਿਆ ਹੋਇਆ ਹੈ। ਧਨ ਆਨ ਹੈ ਜਨ ਹੈ ਸੁਖਦਾਇਕ, ਸਤ ਪੰਥੀ ਕੋ ਕਹਿਤ ਨਲਾਇਕ। ਨਾ ਕਹਿਣ ਲੱਗੇ ਵੀ ਜਿਹੜਾ ਧਨ ਹੈ ਨਾ, ਇਹ ਤਾਂ ਹੁਣ ਆਉਣਾ ਤੇ ਜਾਣ ਵਾਲੇ ਸਮਝਣਾ ਚਾਹੀਦਾ। ਇਹ ਸੁੱਖ ਦੇਣ ਵਾਲਾ ਹੈ ਤੇ ਤੂੰ ਇਸ ਸੱਚੇ ਮਾਰਗ 'ਤੇ ਤੁਰਨ ਵਾਲੇ ਨੂੰ ਨਲਾਇਕ ਆਖ ਰਹੇ। ਕਹਿਣ ਲੱਗੇ ਵੀ ਧਨ ਤਾਂ ਆਉਂਦਾ ਜਾਂਦਾ, ਇਹ ਤਾਂ ਸੁੱਖ ਲੈਣ ਵਾਸਤੇ ਹੈ ਭਗਤੀ ਤੌਰ 'ਤੇ, ਪਰ ਤੂੰ ਹੁਣ ਇਸ ਗੱਲ ਤੋਂ ਅਣਜਾਣ ਹੈ। ਭਗਤ ਜਗਤ ਕੀ ਰਹਿਤ ਅਜੁਗਤੰ, ਇਕ ਤਨ ਗਾਹਕ ਇਕ ਲੈ ਮੁਕਤੰ। ਕਹਿਣ ਲੱਗੇ ਵੀ ਸੰਸਾਰੀ ਤੇ ਭਗਤ ਜਿਹੜੇ ਹੁੰਦੇ ਨਾ, ਭਗਤ ਜਨ, ਹੁਣ ਉਹਨਾਂ ਦੀ ਜਿਹੜੀ ਰੀਤ ਆ ਉਹ ਨਿਰਾਲੀ ਹੁੰਦੀ ਹੈ, ਹੁਣ ਉਹਦਾ ਜੋੜ ਨਹੀਂ ਆ ਸਕਦਾ। ਤੇ ਹੁਣ ਤੂੰ ਇਸ ਕਰਕੇ ਹੁਣ ਜਿਹੜਾ ਸੰਸਾਰ ਦਾ ਧਨ ਦਾ ਗਾਹਕ ਹੈ, ਪਰ ਜਿਹੜੇ ਦੂਜੇ ਨਾ ਪਰਮੇਸ਼ਰ ਦੇ ਭਗਤ ਜਨ, ਉਹ ਹੁਣ ਸਦਾ ਹੀ ਪ੍ਰੀਤ ਚਰਨ ਵਿੱਚ ਰੱਖਦੇ ਹੈ। ਉਹਨਾਂ ਦੇ ਤਾਂ ਹੀ ਤਾਂ ਰਾਜ ਨਾ ਚਾਹੂੰ ਜੋ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਉਹ ਤਾਂ ਸਦਾ ਹੀ ਪ੍ਰਭੂ ਭਗਤੀ ਦੀ ਪ੍ਰੀਤ ਮੰਗਦੇ ਹੈ। ਗਇਓ ਦਰਬ ਜਾਣਿਓ ਨਿਜ ਜੇਤੋ, ਮੋਹ ਨਿਕਟ ਤੇ ਲੇਵੋ ਤੇ ਤੋ। ਇਹ ਗੱਲ ਕਹਿੰਦੇ ਰਾਏ ਬੁਲਾਰ ਜੀ ਕਹਿਣ ਲੱਗੇ ਵੀ ਹੁਣ ਤੁਸੀਂ ਜਿੰਨਾ ਤੁਹਾਡੇ ਘਰ ਦਾ ਅੱਜ ਤੱਕ ਧਨ ਦਾ ਨੁਕਸਾਨ ਹੋਇਆ ਨਾ, ਉਹ ਤੁਸੀਂ ਸਾਰੇ ਮੇਰੇ ਘਰੋਂ ਹੁਣ ਲੈ ਜਾਣਾ ਕਰੋ। ਰਾਏ ਦੇਤ ਸੋ ਲੇਤ ਨ ਕਾਲੂ, ਭਇਓ ਪਰਸ ਪਰ ਕਹਿਨ ਵਿਸਾਲੂ। ਬਹੁਤ ਜ਼ਿਆਦਾ ਰਾਏ ਬੁਲਾਰ ਜੀ ਨੇ ਜ਼ੋਰ ਲਾਉਣਾ ਕੀਤਾ ਮਾਇਆ ਕਲਿਆਣ ਦਾਸ ਜੀ ਨੂੰ ਦੇਣ ਦੇ ਲਈ, ਪਰ ਉਹਨਾਂ ਨੇ ਅੱਗੋਂ ਮਾਇਆ ਲੈਣ ਤੋਂ ਇਨਕਾਰੀ ਹੋ ਜਾਣਾ ਕੀਤਾ। ਇਸ ਪ੍ਰਕਾਰ ਫਿਰ ਬਹੁਤ ਵਿਚਾਰ ਚਰਚਾ ਹੋਈ। ਨ੍ਰਿਪਤ ਅਮਾਤਿਆ ਬਾਤ ਮੁਖ ਭਾਖੀ, ਆਇਸ ਰਾਏ ਮਨ ਅਬਲਾਖੀ। ਅਖੀਰ ਨੂੰ ਰਾਏ ਬੁਲਾਰ ਦੇ ਵਜ਼ੀਰ ਨੇ ਇਹ ਗੱਲ ਆਖੀ ਕਿ ਰਾਏ ਜੀ ਦੀ ਇੱਛਾ ਹੈ ਕਿ ਉਸ ਦੀ ਹੁਣ ਆਗਿਆ ਨੂੰ ਤੁਸੀਂ ਮੰਨ ਲੈਣਾ ਕਰੋ। ਹੁਣ ਰਾਏ ਬੁਲਾਰ ਦੇ ਵਜ਼ੀਰ ਨੇ ਕਿਹਾ ਵੀ ਕਲਿਆਣ ਦਾਸ ਜੀ ਤੁਸੀਂ ਮਾਇਆ ਲੈ ਲੈਣੀ ਕਰੋ। ਹੁਣ ਇਹ ਮਾਇਆ ਦੇਣ ਦੀ ਰਾਏ ਜੀ ਦੀ ਦ੍ਰਿੜ ਇੱਛਾ ਹੈ। ਬਾਰ ਬਾਰ ਨਹਿ ਫੇਰ ਕਰੀਜੈ, ਬਿਨ ਵਿਚਾਰ ਬਚ ਬ੍ਰਿਤਨ ਮਨੀਜੈ। ਤੁਸੀਂ ਹੁਣ ਬਾਰ-ਬਾਰ ਮੋੜੀ ਜਾ ਰਹੇ ਹੋ, ਗੱਲ ਤੁਹਾਨੂੰ ਸ਼ੋਭਦੀ ਨਹੀਂ ਹੈ। ਤੇ ਹੁਣ ਤੁਸੀਂ ਹੁਣ ਆਪਣੇ ਬੰਦਗੋਂ ਮਾਇਆ ਲੈ ਲੈਣੀ ਕਰੋ ਤੇ ਆਪਣੇ ਤਾਂ ਹੀ ਹੁਣ ਤੁਸੀਂ ਕਦੇ ਵੀ ਹੁਣ ਆਪਣੇ ਪੁੱਤਰ ਨੂੰ ਨਾ ਕਾਂ ਤੋਂ ਝੜਕਣਾ। ਹੁਣ ਤੁਹਾਨੂੰ ਇਹ ਵੀ ਗੱਲ ਰਾਏ ਜੀ ਦੀ ਹੁਣ ਮੰਨ ਲੈਣੀ ਚਾਹੀਦੀ ਹੈ। ਕਬ ਹੁਣ ਚਿਰ ਕੋ ਉਤਪਲ ਲੋਚਨ, ਤਬ ਸੁਤ ਸੰਤ ਕੋ ਬੰਦ ਵਿਮੋਚਨ। ਕਿਉਂਕਿ ਜੇ ਤੁਹਾਨੂੰ ਪਤਾ ਨਹੀਂ, ਕਿਉਂਕਿ ਤੁਹਾਡਾ ਜਿਹੜਾ ਪੁੱਤਰ ਨਾ ਇਹ ਖੋਟੇ ਬੰਧਨਾਂ ਤੋਂ ਮੁਕਤ ਕਰਨ ਵਾਲਾ ਜਗਤ ਜੀਵਾਂ ਨੂੰ, ਤਾਂ ਤੇ ਹੁਣ ਤੁਸੀਂ ਰਾਏ ਜੀ ਵੱਡੇ ਆ ਤੇ ਇਹਨਾਂ ਦੇ ਜਿਹੜਾ ਹੁਕਮ ਹੈ ਇਹਨੂੰ ਮੰਨਣਾ ਕਰੋ। ਬਹੁਤ ਬਾਰ ਕਹਿ ਰਾਏ ਪ੍ਰਬੀਨੇ, ਨਿਜ ਕਰ ਤੇ ਕਾਲੂ ਕਰ ਦੀਨੇ। ਇਸ ਪ੍ਰਕਾਰ ਰਾਏ ਬੁਲਾਰ ਜੀ ਨੇ ਵਾਰ-ਵਾਰ ਜਿਹੜੇ ਸੂਝਵਾਨ ਉਹਨਾਂ ਨੇ ਕਿਹਾ ਤੇ ਰਾਏ ਬੁਲਾਰ ਜੀ ਨੇ ਉਹ 20 ਰੁਪਈਏ ਬਾਬਾ ਕਲਿਆਣ ਦਾਸ ਜੀ ਨੂੰ ਪਕੜਾ ਦਿੱਤੇ। ਪੂਰਬ ਸੂਰਤ ਗਮਨ ਹੋ ਸਦਨਾ, ਅੰਤਰ ਬੈਸਿਓ ਲਜਤ ਬਦਨਾ। ਇਸ ਪ੍ਰਕਾਰ ਬਾਬਾ ਕਲਿਆਣ ਦਾਸ ਜੀ ਉਹ ਪੈਸੇ ਪਕੜ ਲੈਂਦੇ ਆ ਤੇ ਬਹੁਤ ਆਪਣੇ ਚਿੱਤ ਵਿੱਚ ਉਹਨਾਂ ਸੰਸਾ ਲੈ ਕੇ ਝੋਰਾ ਲੈ ਕੇ ਆਪਣੇ ਘਰ ਨੂੰ ਚਲੇ ਜਾਂਦੇ ਹੈ ਤੇ ਬਹੁਤ ਆਪਣੇ ਆਪ ਦਾ ਹੀ ਘਰੇ ਬੈਠੇ ਹੁਣ ਸ਼ਰਮਸਾਰ ਮਹਿਸੂਸ ਕਰਦੇ ਹੈ। ਤਲਵੰਡੀ ਜੇਤੇ ਨਰ ਨਾਰੀ, ਸੁਨ ਕਰ ਕਹੈ ਵੱਡੋ ਬੁਰਿਆਰੀ। ਇਸ ਪ੍ਰਕਾਰ ਜਦੋਂ ਸਾਰੀ ਰਾਏਭੋਏ ਕੀ ਤਲਵੰਡੀ ਵਿੱਚ ਆ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਸਾਰੇ ਰਾਏਭੋਏ ਕੀ ਤਲਵੰਡੀ ਦੇ ਨਰ ਨਾਰੀ ਜਿੰਨੇ ਹੁਣ ਇਸਤਰੀ ਪੁਰਸ਼ ਨੇ ਸਾਰੇ ਹੁਣ ਬਾਬਾ ਕਲਿਆਣ ਦਾਸ ਜੀ ਦੀ ਨਿੰਦਿਆ ਕਰ ਰਹੇ। ਸਾਰੇ ਕਹਿ ਰਹੇ ਵੀ ਕਲਿਆਣ ਦਾਸ ਜੀ ਬਹੁਤ ਸਖਤ ਸੁਭਾਅ ਵਾਲੇ ਬੁਰੇ ਹੈ। ਪੂਰਬ ਨਿਰਦੈ ਹੋਏ ਸੋ ਤੁਮਾਰਾ, ਨ੍ਰਿਪ ਤੇ ਲੈ ਤਨ ਆਏ ਅਗਾਰਾ। ਕਹਿਣ ਲੱਗੇ ਕਿੰਨਾ ਨਿਰਦਈ ਹੈ, ਕਹਿੰਦੇ ਪੁੱਤਰ ਨੂੰ ਮਾਰਿਆ ਫਿਰ ਕਹਿੰਦੇ ਰਾਜੇ ਤੋਂ ਧਨ ਵੀ ਲਿਆ। ਹੁਣ ਨਗਰ ਦੇ ਲੋਕ ਹੁਣ ਹਰ ਗਲੀ ਮੁਹੱਲੇ ਦੇ ਵਿੱਚ ਚਰਚਾ ਛਿੜੀ ਹੋਈ ਸੀ। ਯੁਗਲ ਕੋ ਕਰਮ ਕੀਨ ਮਨ ਬਿੰਦੈ, ਜਹ ਤਹ ਕਾਲੂ ਕੋ ਨਰ ਨਿੰਦੈ। ਹੁਣ ਇਹ ਸਾਰੇ ਲੋਕ ਕਹਿ ਰਹੇ ਵੀ ਨਾ ਤਾਂ ਆਪਣੇ ਪੁੱਤਰ ਨੂੰ ਕੁੱਟਿਆ ਮਾਰਿਆ ਡਾਂਟਿਆ ਤੇ ਜਿਨ੍ਹਾਂ ਜਿਹੜੀ ਗੱਲ ਕਰਕੇ ਡਾਂਟਿਆ ਤੇ ਉਹ ਮਾਇਆ ਜਿਹੜੀ ਇੱਕ ਨੁਕਸਾਨੀ ਗਈ ਸੀ ਹੁਣ ਉਨੀ ਮਾਇਆ ਵੀ ਲੈ ਵੀ ਦੋ ਅਪਰਾਧ ਕੀਤੇ ਆ। ਹੁਣ ਸਾਰੇ ਲੋਕ ਮਨ ਵਿੱਚ ਗੱਲ ਸਮਝਦੇ ਆ ਤੇ ਹੁਣ ਥਾਂ ਥਾਂ ਤੇ ਬਾਬਾ ਕਲਿਆਣ ਦਾਸ ਜੀ ਦੀ ਨਿੰਦਿਆ ਕਰ ਰਹੇ ਹੈ। ਔਰ ਮਹਿ ਸੁਨ ਨਿੰਦਾ ਨਿਜ ਸਰੋਣਾ,
ਬੋਲ ਨ ਆਵ ਪਇਓ ਮੁਖ ਮੋਨਾ। ਨਾ ਤੇ ਹੁਣ ਕਲਿਆਣ ਦਾਸ ਜੀ ਜਦੋਂ ਹਰ ਪਾਸੇ ਆਪਣੀ ਹੁਣ ਇਸ ਨਿੰਦਿਆ ਦੀ ਗੱਲ ਨੂੰ ਸੁਣਦੇ ਆ ਤੇ ਬਹੁਤ ਲੱਜਤ ਹੁੰਦੇ ਆ, ਤੇ ਹੁਣ ਕਿਸੇ ਨੂੰ ਕੋਈ ਸਪਸ਼ਟੀਕਰਨ ਵੀ ਨਹੀਂ ਦਿੰਦੇ। ਹੁਣ ਮੌਨੀ ਹੋ ਗਏ ਹੈ, ਹੁਣ ਕੋਈ ਗੱਲ ਨਹੀਂ ਅੱਗੋਂ, ਕਹਿੰਦੇ ਖਾਮੋਸ਼ੀ ਧਾਰਨ ਕਰ ਲਈ ਹੈ। ਦੁਖ ਤਰਦੈ ਮੈਂ ਹਵੈ ਕਰ ਭਾਰੀ, ਔਰ ਬਸੂਰ ਕਰ ਪੂਰ ਵਿਚਾਰੀ। ਹੁਣ ਬਹੁਤ ਮਨ ਹੀ ਮਨ ਦੁਖੀ ਹੋ ਰਹੇ ਹੈ, ਮਨ ਵਿੱਚ ਝੁਰਦੇ ਹੈ ਤੇ ਬਹੁਤ ਸੋਚੀ ਪੈ ਗਏ ਹੈ। ਮਰਨ ਭਲੋ ਜੀਵਨ ਤਿਕ ਮੇਰੋ, ਜਹ ਤਹ ਅਬ ਜਸ ਪਇਓ ਕਨੇਰੋ। ਹੁਣ ਕਹਿ ਰਿਹਾ ਵੀ ਮੈਨੂੰ ਮਰ ਜਾਣਾ ਹੀ ਚੰਗਾ ਹੈ। ਕਹਿਣ ਲੱਗੇ ਵੀ ਮੇਰੇ ਜਾਣ ਤੇ ਧਰਕਾਰ ਹੈ, ਕਿਉਂਕਿ ਮੇਰੀ ਹੁਣ ਥਾਂ ਥਾਂ ਤੇ ਬਦਨਾਮੀ ਹੋ ਰਹੀ ਹੈ, ਥਾਂ ਥਾਂ ਤੇ ਮੈਨੂੰ ਲੋਕ ਭੰਡ ਰਹੇ ਹੈ। ਲੈ ਕਰ ਦਰਬ ਬੁਲਾਰ ਅਗਾਰਾ, ਜਾਏ ਪਾਸ ਮੁਖ ਬਚਨ ਉਚਾਰਾ। ਤੇ ਹੁਣ ਛੇਤੀ ਦਿਨ ਰਾਏ ਬੁਲਾਰ ਜੀ ਦੇ ਕੋਲ ਜਾਂਦੇ ਆ, ਤੇ ਰਾਏ ਬੁਲਾਰ ਜੀ ਦੇ ਤਾਈਂ ਜਾ ਕੇ ਹੁਣ ਉਹ ਧਨ ਸੌਂਪ ਦਿੰਦੇ ਆ, 20 ਰੁਪਈਏ। ਭੂਪਤ ਲੀਜੈ ਆਪਣੋ ਦਰਬਾ, ਨਿੰਦਾ ਕਰਤ ਨਗਰ ਮਮ ਸਰਬਾ। ਕਹਿਣ ਲੱਗੇ ਰਾਏ ਜੀ ਹੱਥ ਜੋੜ ਕਹਿੰਦੇ ਵੀ ਆ ਤੁਸੀਂ ਆਪਣੀ ਮਾਇਆ ਰੱਖੋ। ਕਹਿਣ ਲੱਗੇ ਸਾਰੇ ਨਗਰ ਵਿੱਚ ਤਾਂ ਲੋਕ ਮੇਰੀ ਬਦਨਾਮੀ ਕਰ ਰਹੇ ਆ, ਮੈਨੂੰ ਬੇਇੱਜ਼ਤ ਕਰ ਰਹੇ ਹੈ। ਕਹਿਤ ਨਰਪਤ ਚਿਤ ਰੋਸ ਬਿਸਾਰੇ, ਕਮਲ ਨੈਣ ਤੇ ਲੀਨ ਉਦਾਰੇ। ਆ ਤੇ ਆਪਣੇ ਬੰਦਗੋਣ ਅਖੀਰ ਨੂੰ ਹੁਣ ਰਾਏ ਬੁਲਾਰ ਜੀ ਇਹਨੇ ਹੁਣ ਆਪਣੇ ਤਾਈਂ ਹੁਣ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਹੁਣ ਜਾਓ, ਛੱਡੋ ਗੱਲ ਨੂੰ। ਕਹਿਣ ਲੱਗੇ ਮਨ ਦਾ ਜਿਹੜਾ ਗੁੱਸਾ ਗਿਲਾ ਇਹਨੂੰ ਵਿਸਾਰ ਦਿਓ, ਤੇ ਤੁਸੀਂ ਹੁਣ ਆਪਣੇ ਪੁੱਤਰ ਦੇ ਤਾਈਂ ਹੁਣ ਇਹ ਮਾਇਆ ਦੇ ਦੇਣੀ ਕਰੋ। ਸੋ ਦੀਨੇ ਜਾਵੋ ਨਿਜ ਸਾਲਾ, ਪੁੰਨ ਨ ਕ੍ਰੋਧ ਕਰ ਸੰਗ ਕਿਰਪਾਲਾ। ਕਹਿਣ ਲੱਗੇ ਜਾਓ, ਕਹਿਣ ਲੱਗੇ ਤੁਸੀਂ ਹੁਣ ਆਪਣੇ ਪੁੱਤਰ ਜਿਹੜੇ ਕਿਰਪਾ ਦੇ ਘਰ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ, ਤੇ ਤੁਸੀਂ ਮਾਇਆ ਉਹਨਾਂ ਦੀ ਹੈ ਤੇ ਉਹਨਾਂ ਨੂੰ ਜਾ ਕੇ ਸੌਂਪ ਦੇਣੀ ਕਰੋ। ਜਬ ਕੋ ਜਨਮਿਓ ਇਨ ਸੁਧ ਪਾਈ, ਇੱਕ ਬਿਰਾਟੇ ਕਾ ਕਬ ਨ ਖਟਾਈ। ਹੁਣ ਅੱਗੋਂ ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਜਦੋਂ ਦਾ ਮੇਰੇ ਘਰ ਜੰਮਿਆ ਹੈ ਨਾ ਇਹ, ਤੇ ਜਦੋਂ ਦੀ ਇਸਨੇ ਹੋਸ਼ ਸੰਭਾਲੀ ਹੈ, ਇਹਨੇ ਇੱਕ ਫੁੱਟੀ ਕੌਡੀ ਵੀ ਨਹੀਂ ਕਮਾਉਣਾ ਕੀਤੀ। ਹੁਣ ਰਾਏ ਬੁਲਾਰ ਜੀ ਫੇਰ ਆਪਣੀ ਗੱਲ ਹੀ ਰਾਏ ਬੁਲਾਰ ਜੀ ਤਾਂ ਬਾਬਾ ਕਲਿਆਣ ਦਾਸ ਆਪਣੀ ਦਸ਼ਾ ਹੀ ਫੇਰ ਦੱਸਦੇ ਹੈ। ਆਨ ਕਹਾਂ ਤੇ ਦੀਨ ਉਦਾਰਾ, ਤਨ ਖਟ ਹੈ ਤਉ ਕਿਉ ਹਵੈ ਰਾਰਾ। ਤੇ ਕਹਿਣ ਲੱਗੇ ਵੀ ਮੇਰੇ ਪੁੱਤਰ ਨੇ ਤਾਂ ਅਜੇ ਤੱਕ ਫੁੱਟੀ ਕੌਡੀ ਨਹੀਂ ਕਮਾਈ, ਤੇ ਤੁਹਾਨੂੰ ਮੇਰੇ ਪੁੱਤਰ ਨੇ ਪੈਸੇ ਕਿੱਥੋਂ ਲੈ ਕੇ ਦੇ ਦਿੱਤੇ। ਕਿਉਂਕਿ ਜੇ ਪੈਸੇ ਹੀ ਕਮਾਉਂਦਾ ਹੁੰਦਾ ਤੇ ਫਿਰ ਮੇਰੇ ਨਾਲ ਉਹਦਾ ਝਗੜਾ ਕਿਸ ਗੱਲੋਂ ਹੁੰਦਾ। ਰਾਏ ਬੁਲਾਰ ਨੇ ਕਹਿਣਾ ਵੀ 20 ਰੁਪਏ ਜਾ ਕੇ ਤੁਸੀਂ ਨਾਨਕ ਜੀ ਨੂੰ ਦੇ ਦਿਓ, ਤੇ ਉਹਨਾਂ ਨੂੰ ਕੁਝ ਨਹੀਂ ਕਹਿਣਾ। ਤੇ ਅੱਗੋਂ ਰਾਏ ਬੁਲਾਰ ਜੀ ਨੂੰ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਉਸ ਨੇ ਤਾਂ ਅਜੇ ਤੱਕ ਫੁੱਟੀ ਕੌਡੀ ਨਹੀਂ ਕਮਾਈ, ਤੇ ਉਹਨਾਂ ਨੇ ਤੁਹਾਨੂੰ 20 ਰੁਪਏ ਕਿੱਥੋਂ ਲੈ ਕੇ ਦੇ ਦਿੱਤੇ। ਵੀ ਜੇ ਉਹ ਪੈਸੇ ਹੀ ਕਮਾਵੇ, ਜੋ ਕਮਾਈ ਕਰੇ, ਧਨ ਹੀ ਕਮਾਵੇ, ਤੇ ਫਿਰ ਮੇਰਾ ਤਾਂ ਉਹਦੇ ਨਾਲ ਝਗੜਾ ਹੀ ਕੋਈ ਨਹੀਂ ਹੋਵੇ। ਸੁਨ ਕਾਲੋ ਤੁਝ ਕੋ ਸੁਧ ਨਾਹੀ, ਮਾਇਆ ਜਿਤੀ ਤਿਖੋ ਜਗ ਮਾਹੀ। ਉਹ ਅੱਗੋਂ ਬਾਬਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੇ ਰਾਏ ਬੁਲਾਰ ਜੀ, ਉਹਨਾਂ ਨੂੰ ਸਮਝ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿਣ ਲੱਗੇ ਵੀ ਤੁਹਾਨੂੰ ਅਜੇ ਸਮਝ ਨਹੀਂ ਹੈ, ਆ ਜਿੰਨੀ ਜਗਤ ਦੀ ਮਾਇਆ ਹੈ ਨਾ, ਜਿੰਨੀ ਆਪਾਂ ਚੱਲ ਤੇ ਅਚਲ, ਜਿੰਨੀ ਆਪਾਂ ਇਹ ਸੰਪਦਾ ਦੇਖਦੇ ਹਾਂ, ਇਹ ਸਾਰੀ ਦੀ ਸਾਰੀ ਹੀ ਸਭ ਵਰਤ ਹੈ ਨਾਨਕ ਅਨੁਸਾਰੀ, ਪਤ ਰਜ਼ਾਏ ਜਿਉ ਪਤ ਬ੍ਰਤ ਨਾਰੀ। ਕਹਿਣ ਲੱਗੇ ਸਾਰੀ ਜਿਹੜੀ ਮਾਇਆ ਹੈ ਨਾ, ਇਹ ਸ਼੍ਰੀ ਨਾਨਕ ਜੀ ਦੇ ਹੁਕਮ ਅਧੀਨ ਹੀ ਚੱਲਦੀ ਹੈ। ਜਿਸ ਤਰ੍ਹਾਂ ਕੋਈ ਪਤੀ ਵਰਤਾ ਧਰਮ ਨੂੰ ਨਿਭਾਉਣ ਵਾਲੀ ਇਸਤਰੀ ਆਪਣੇ ਪਤੀ ਦੇ ਹੁਕਮ ਵਿੱਚ ਚੱਲਦੀ ਹੈ ਨਾ, ਰਜਾ ਵਿੱਚ ਰਾਜੀ ਰਹਿੰਦੀ ਹੈ, ਐਵੇਂ ਹੀ ਤੁਸੀਂ ਇਹ ਸਾਰੀ ਗੱਲ ਨੂੰ ਜਾਣਨਾ ਕਰੋ। ਸੰਪਤ ਸਰਬ ਤੁਰੰਗ ਮਤੰਗਾ, ਸਯੰਦਨ ਔਸੁਖ ਪਾਲ ਸੁਰੰਗਾ। ਕਹਿਣ ਲੱਗੇ ਆ ਵੀ ਤੁਸੀਂ ਜਿੰਨਾ ਕੁਝ ਦੇਖ ਰਹੇ ਹੋ ਨਾ, ਸਾਰੀ ਜਾਇਦਾਦ, ਹਾਥੀ ਘੋੜੇ ਰੱਥ ਪਾਲਕੀਆਂ, ਤੇ ਆਪਣੇ ਤਾਈਂ ਜਿੰਨੇ ਵੀ ਆਹ ਰਾਗ ਰੰਗ ਤੁਸੀਂ ਵੇਖ ਰਹੇ ਹੋ। ਔਰ ਜੇ ਮੁਝ ਘਰ ਸਭ ਵਡਿਆਈ, ਕਮਲ ਨੈਣ ਕੀ ਕਰੁਣਾ ਪਾਈ। ਹੋਰ ਕਹਿਣ ਲੱਗੇ ਮੇਰੇ ਘਰ ਜਿਵੇਂ ਜਿੰਨੀਆਂ ਵਡਿਆਈਆਂ ਨੇ, ਜਿੰਨਾ ਕਹਿੰਦੇ ਆ ਸਾਜੋ ਸਮਾਨ ਹੈ ਨਾ, ਇਹ ਕਹਿਣ ਲੱਗੇ ਸਮਝ ਲਾ ਵੀ ਹੁਣ ਕਮਲ ਨੈਣ, ਕਮਲ ਨੈਣ ਦਾ ਭਾਵ ਹੈ ਵੀ ਕਮਲ ਵਰਗੇ ਨੇਤਰਾਂ ਵਾਲੇ,
ਕੀ ਕਰੁਣਾ ਪਾਈ, ਵੀ ਕਮਲ ਨੇਤਰਾਂ ਵਾਲੇ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਨਾ, ਵੀ ਉਹਨਾਂ ਦੀ ਵਡਿਆਈ ਦੇ ਕਰਕੇ ਹੈ ਸਾਰਾ ਕੁਛ, ਵੀ ਇਹ ਸਾਰੀ ਉਹਨਾਂ ਦੀ ਹੀ ਮਾਇਆ ਹੈ ਜਿਹੜੀ ਮੇਰੇ ਤਾਈਂ ਵਰਤ ਰਹੀ ਹੈ। ਤੋ ਇੱਥੇ ਰਾਏ ਬੁਲਾਰ ਜੀ ਨੇ ਬੜੀ ਹੁਣ ਖੁੱਲ੍ਹਦਿਲੀ ਦੇ ਨਾਲ ਬਾਬਾ ਕਲਿਆਣ ਦਾਸ ਜੀ ਤਾਈਂ ਇਹ ਗੱਲ ਸਮਝਾਉਣਾ ਤੇ ਦਰਸਾਉਣਾ ਕੀਤੀ ਹੈ। ਸੋਰਠ ਆਸ ਬਿਦ ਰਾਏ ਬੁਲਾਰ, ਕਾਲੂ ਕੋ ਮਮ ਚਾਵਈ, ਭਰ ਸਰਦਾ ਔਰ ਤਾਰ, ਪਰਮ ਪ੍ਰੇਮ ਉਪਜਾਵਈ। ਔਰ ਰਾਏ ਬੁਲਾਰ ਜੀ ਨੇ ਜਦੋਂ ਇਸ ਪ੍ਰਕਾਰ ਮਹਿਤਾ ਕਲਿਆਣ ਦਾਸ ਜੀ ਨੂੰ ਸਮਝਾਇਆ ਅਤੇ ਸ੍ਰੇਸ਼ਟ ਸ਼ਰਧਾ ਹਿਰਦੇ ਵਿੱਚ ਧਾਰਨ ਕਰਕੇ ਕਾਲੂ ਜੀ ਦੇ ਮਨ ਵਿੱਚ ਵੀ ਪਰਮ ਪ੍ਰੇਮ ਪੈਦਾ ਹੋ ਗਿਆ। ਹੁਣ ਜਦੋਂ ਸਾਰੀ ਗੱਲ ਸਮਝਾਈ ਨਾ ਤੇ ਬਾਬੇ ਕਲਿਆਣ ਦਾਸ ਜੀ ਦੇ ਵੀ ਕਪਾਟ ਖੁੱਲ੍ਹ ਗਏ, ਵੀ ਹੈ ਇੰਨੀ ਗੱਲ। ਹੁਣ ਇਹ ਨਹੀਂ ਸੀ ਸਤਸੰਗੀ ਜਨੋ ਵੀ ਬਾਬਾ ਕਲਿਆਣ ਦਾਸ ਜੀ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਵੀ ਪਤਾ ਸੀ, ਪਰ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲੀਲਾ ਸੀ ਹੁਣ ਜਿਹੜੀ ਵਰਤ ਰਹੀ ਸੀ। ਕਿਉਂਕਿ ਹੁਣ ਜੇ ਹੁਣ ਸਤਿਗੁਰੂ ਦੇਵ ਰਾਏ ਬੁਲਾਰ ਦੇ ਤਾਂ ਇੰਨੀ ਗੱਲ ਜਣਾ ਸਕਦੇ ਤੇ ਆਪਣੇ ਪਿਤਾ ਜੀ ਨੂੰ ਕਿਉਂ ਨਹੀਂ ਸੀ ਸਮਝਾ ਸਕਦੇ, ਪਰ ਉਹ ਸਮਝਾ ਸਕਦੇ ਸੀ। ਪਰ ਇਹ ਸਤਿਗੁਰੂ ਦੇਵ ਜੀ ਸਾਰਾ ਆਪਣੇ ਵੱਲੋਂ ਇੱਕ ਚਰਤ ਖੇਡ ਰਹੇ ਸੀ। ਦੋਹਰਾ ਬਦਨ ਇੰਦ ਛਬ ਮਦਨ ਸਮ, ਕਦਨ ਕਲੁਖ ਦੁਖ ਮੰਦ, ਸਵੇਛਾ ਹਵੈ ਵਿਚਰਤ, ਨਗਰ ਜਗਤ ਭਗਤ ਦਾਨੰਦ। ਅਖੀਰ ਵਿੱਚ ਇੱਥੇ ਹੁਣ ਕਵੀਰਾਜ ਜੀ ਸਤਿਗੁਰੂ ਦੇਵ ਜੀ ਦੇ ਤਾਈਂ ਬੰਦਨਾ ਕਰ ਰਹੇ ਹੈ। ਆ ਸਤਿਗੁਰੂ ਦੇਵ ਜੀ ਪਾਪਾਂ ਦੇ ਨਾਸ਼ ਕਰਨ ਵਾਲੇ, ਦੁੱਖਾਂ ਨੂੰ ਹਰਨ ਵਾਲੇ, ਅਤੇ ਗੁਰੂ ਜੀ ਦਾ ਜਿਹੜਾ ਮੁਖ ਹੈ ਨਾ ਉਹ ਚੰਦਰਮਾ ਵਰਗਾ, ਤੇ ਸਤਿਗੁਰੂ ਦੇਵ ਜੀ ਦੀ ਜਿਹੜੀ ਛਵੀ ਬਹੁਤ ਸੋਹਣੀ ਹੈ। ਤੇ ਸਤਿਗੁਰੂ ਦੇਵ ਜੀ ਜਗਤ ਦੇ ਹੁਣ ਜਿਹੜੇ ਹੁਣ ਭਗਤੀ ਕਰਨ ਵਾਲੇ ਭਗਤ ਜਨ, ਉਹਨਾਂ ਨੂੰ ਉਹਨਾਂ ਦੇ ਤਾਈਂ ਆਨੰਦ ਦੇ ਦਾਤੇ ਨੇ। ਤੇ ਸਤਿਗੁਰੂ ਦੇਵ ਜੀ ਹੁਣ ਆਪਣੀ ਇੱਛਾ ਅਨੁਸਾਰ ਹੀ ਵਿਚਰਤ, ਹੁਣ ਇੱਛਾ ਅਨੁਸਾਰ ਹੀ ਸੁਤੰਤਰ ਹੋ ਕੇ ਰਾਏ ਭੋਏ ਕੀ ਤਲਵੰਡੀ ਵਿੱਚ ਫਿਰ ਰਹੇ ਹੈ। ਹੁਣ ਜਿਹੜੇ ਆਪ ਆਜ਼ਾਦ ਨੇ, ਜਿਹੜੇ ਆਪ ਸੁਤੰਤਰ ਨੇ, ਉਹ ਹੋਰ ਵੀ ਜਗਤ ਜੀਵਾਂ ਨੂੰ ਸੁਤੰਤਰ ਕਰਨ ਵਾਲੇ ਹੈ। ਇਸ ਪ੍ਰਸੰਗ ਦੀ ਇੱਥੇ ਸਤਸੰਗੀ ਜਦੋਂ ਸਮਾਪਤੀ ਹੈ। ਤੇ ਇਸ ਪ੍ਰਸੰਗ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਜੋ 20 ਰੁਪਈਆਂ ਦਾ ਸੌਦਾ ਕਰਦੇ ਹੈ ਤੇ ਉਹਦਾ ਕਿਵੇਂ ਮੁੱਲ ਤਾਰਦੇ ਹੈ, ਪਰ ਉਹ ਸੌਦੇ ਦੀ ਬਰਕਤ ਅੱਜ ਵੀ ਗੁਰੂ ਖਾਲਸਾ ਪੰਥ ਮਾਣ ਰਿਹਾ ਹੈ। ਅੱਜ ਵੀ ਜਿੱਥੇ ਜਿੱਥੇ ਵੀ ਗੁਰੂ ਖਾਲਸੇ ਦਾ ਬੋਲਬਾਲਾ ਹੈ, ਉੱਥੇ ਉੱਥੇ ਗੁਰੂ ਕੇ ਸੰਗ, ਗੁਰੂ ਜੀ ਕੇ ਸਿੱਖ ਸੇਵਕ ਉਹ ਲੰਗਰ ਦੀ ਜਿਹੜੀ ਮਰਿਆਦਾ ਹੈ ਉਹਨੂੰ ਤੋਰਿਆ ਹੋਇਆ। ਜਿੱਥੇ ਲੰਗਰ ਦਾ ਸ਼ਬਦ ਦਾ ਵੀ ਇੱਥੇ ਵਰਤਦਾ ਹੈ ਤੇ ਉੱਥੇ ਹੁਣ ਸਰੀਰਕ ਭੁੱਖ ਦੀ ਨਿਵਰਤੀ ਲਈ ਵੀ ਵਰਤਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਹੈ ਜਿਹੜੀ ਅੱਜ ਵੀ ਗੁਰੂ ਪੰਥ ਵਿੱਚ ਵਰਤ ਰਹੀ ਹੈ। ਤੋ ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ क्षमा ਆਪ ਸੰਗਤ ਸਤਿਗੁਰੂ ਪਿਤਾ ਬਖਸ਼ੰਦ ਨੇ ਆਓ। ਅਖੀਰਲੀਆਂ 2 ਪੰਕਤੀਆਂ ਪੜ੍ਹ ਇਸ ਪ੍ਰਸੰਗ ਨੂੰ ਇੱਥੇ ਹੀ ਸਮਾਪਤ ਕਰੀਏ ਜੀ। ਦੋਹਰਾ ਬਦਨ ਇੰਦ ਛਬ ਮਦਨ ਸਮ, ਕਦਨ ਕਲੁਖ ਦੁਖ ਮੰਦ, ਸਵੇਛਾ ਹਵੈ ਵਿਚਰਤ, ਨਗਰ ਜਗਤ ਭਗਤ ਦਾਨੰਦ। ਅਚੁਤ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹਰ ਪੀ ਹੋਵਣ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਨ ਆਧਾਰ, ਏੜਾ ਗੁਰਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।